ਹੈਲੋ ਐਂਡ ਵੈਲਕਮ टू रेस अकैडमी ऑफिशियल। सत श्री अकाल साਰਿਆਂ ਨੂੰ नमस्ते आदाब। सो ਅੱਜ ਆਪਾਂ ਕਰਾਂਗੇ करंट अफेयर एंड करंट अफेयर ਦੇ ਵਿੱਚ ਜੋ ਡੋਮੀਨੈਂਟ ਕਰੂਗਾ ਅੱਜ ਉਹ ਸਾਇੰਸ ਐਂਡ ਟੈਕ ਪੋਰਸ਼ਨ ਕਰੂਗਾ। ਤੁਸੀਂ ਆਮ ਤੌਰ ਤੇ ਸਿਲੇਬਸ ਦੇ ਵਿੱਚ ਦੇਖਦੇ ਹੋਵੋਗੇ ਕਿ ਸਾਇੰਸ ਐਂਡ ਟੈਕ ਦਾ ਪੋਰਸ਼ਨ ਪੁੱਛਿਆ ਜਾਂਦਾ ਅੱਜ ਕੱਲ, ਰਾਈਟ। ਉਹ ਕਰੰਟ ਅਫੇयर ਦੇ ਨਾਲ ਰਿਲੇਟਡ ਹੁੰਦਾ, ਬਟ ਜੋ ਸਟੈਟਿਕ ਜੀਕੇ ਆਊਗੀ ਉਹ ਤਾਂ ਆਪਾਂ ਕਰਾਂਗੇ। ਸਾਇੰਸ ਐਂਡ ਟੈਕ ਤੋਂ ਬਾਅਦ ਆਪਾਂ ਕਰੰਟ ਅਫੇयर ਤੇ ਐਮਸੀਕਿਊ ਕਰਾਂਗੇ। ਕਰੰਟ ਅਫੇयर ਦੇ ਐਮਸੀਕਿਊ ਤੋਂ ਬਾਅਦ ਆਪਾਂ ਕੁਝ ਸਟੈਟਿਕ ਪੋਰਸ਼ਨ ਦੇ ਐਮਸੀਕਿਊ ਕਰਾਂਗੇ। ਯਾਨੀ ਇਹਦੇ ਵਿੱਚ ਤਿੰਨ ਚੀਜ਼ਾਂ ਰਹਿਣੀਆਂ, ਸਾਇੰਸ ਐਂਡ ਟੈਕ, ਫਿਰ ਕਰੰਟ ਅਫੇयर ਦੇ ਐਮਸੀਕਿਊ ਤੇ ਉਸ ਤੋਂ ਬਾਅਦ ਸਟੈਟਿਕ ਜੀਕੇ ਦੇ ਐਮਸੀਕਿਊ। ਸੋ ਆ ਜਿਵੇਂ ਤੁਹਾਨੂੰ ਦਿਖ ਰਿਹਾ ਹੈਗਾ ਸਾਰਾ ਕੁਝ ਕਿ ਭਾਈ ਜੇਕਰ ਤੁਸੀਂ PSSB ਦੀ ਟੈਸਟ ਸੀਰੀਜ਼ ਜੁਆਇਨ ਕਰਨਾ ਚਾਹੁੰਦੇ ਹੋ, ਹਾਲਾਂਕਿ ਇਹਦੀ ਇਨਫੋਰਮੇਸ਼ਨ ਪੂਰੀ ਥਿਓਰੈਟਿਕਲੀ ਅੱਜ ਮਿਲ ਜੂਗੀ ਵੀ ਕਿੰਨੇ ਟੈਸਟ ਕੀ ਗੱਲਬਾਤ ਇਹਦੇ ਵਿੱਚ ਹੋਊਗੀ, ਪਰ ਜਿਨ੍ਹਾਂ ਨੂੰ ਪਤਾ ਕਿਉਂਕਿ ਮੈਂ ਮੈਥ ਦੀ ਕਲਾਸ ਲਾਈਵ ਲਾਉਣਾ ਹੁੰਦਾ ਰਾਤ ਨੂੰ 9 ਵਜੇ, ਸੋ ਕਹਿਣ ਦਾ ਮਤਲਬ ਕੀ ਆ ਕਿ ਉਹਦੇ ਵਿੱਚ ਵੀ ਮੈਂ ਚੀਜ਼ ਦੱਸੀ ਹੋਈ ਹੈ। ਇੱਕ ਟੈਸਟ ਆਲਰੇਡੀ ਅਪਲੋਡ ਹੋ ਚੁੱਕਿਆ, ਜਿਹੜੇ ਦੇਣਾ ਚਾਹੁੰਦੇ ਹੋ ਸਾਰੇ ਟੈਸਟ ਇੱਥੇ ਦੇ ਸਕਦੇ ਆ, ਰਾਈਟ। ਉਸ ਤੋਂ ਬਾਅਦ ਭਾਵੇਂ ਜੁਆਇਨ ਕਰ ਲਿਓ। ਇਸ ਤੋਂ ਬਾਅਦ ਅੱਗੇ ਕੰਪਲੀਟ ਮੈਥ, ਜੇਕਰ ਮੈਥ ਵਧੀਆ ਪੜ੍ਹਨਾ ਚਾਹੁੰਦੇ ਤਾਂ ਕੰਪਲੀਟ PSSB ਦੇ ਜਿੰਨੇ ਸਬਜੈਕਟ ਆ ਆਲ ਸਬਜੈਕਟ ਜੇਕਰ ਤੁਸੀਂ ਇਹਨਾਂ ਵਾਸਤੇ ਪੜ੍ਹਨਾ ਚਾਹੁੰਦੇ ਤਾਂ ਐਪਲੀਕੇਸ਼ਨ ਕਰੋ ਇੰਸਟਾਲ। ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਐਂਡ ਬਹੁਤ ਡਿਟੇਲ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਪੜ੍ਹਾਈਆਂ ਹੋਈਆਂ ਨੇ। ਤਾਂ ਚਲੋ ਆਪਾਂ ਕਰਦੇ ਹਾਂ ਸਟਾਰਟ। ਬਾਕੀ ਜਿਹੜੇ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈਲ ਆਈਕਨ ਦਬਾਇਆ ਕਰੋ, ਆਉਣ ਵਾਲੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿੰਦੀਆਂ। ਟੈਲੀਗ੍ਰਾਮ ਗਰੁੱਪ ਜੁਆਇਨ ਕਰੋ, ਐਪਲੀਕੇਸ਼ਨ ਇੰਸਟਾਲ ਕਰੋ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਨਾ ਹੈ। ਤਾਂ ਆਪਾਂ ਜੇਕਰ ਸ਼ੁਰੂਆਤ ਕਰੀਏ ਤਾਂ ਪਹਿਲਾ ਜਿਹੜਾ ਸਾਇੰਸ ਐਂਡ ਟੈਕ ਤੋਂ ਕਰੰਟ ਅਫੇਅਰ ਬਣਦਾ ਹੈਗਾ, ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੂ। ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੂ ਨੇ ਇਨੈਗੋਰੇਟ ਕੀਤਾ ਗਾ ਇੰਟੀਗ੍ਰੇਟਡ ਕ੍ਰਾਇਓਜੈਨਿਕ ਇੰਜਨ ਮੈਨੂਫੈਕਚਰਿੰਗ ਕਿਹਦੇ ਦੁਆਰਾ ਹੋਈ ਹੈ? HAL ਦੁਆਰਾ, ਯਾਨੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਦੁਆਰਾ। ਸੋ ਬੇਸਿਕਲੀ ਕ੍ਰਾਇਓਜੈਨਿਕ ਇੰਜਨ ਹੁੰਦਾ ਕੀ ਹੈ? ਇਸਰੋ ਦੁਆਰਾ ਯੂਜ਼ ਕੀਤਾ ਜਾਣ ਵਾਲਾ ਇੱਕ ਯਾਨੀ ਸੈਟੇਲਾਈਟ ਲਾਂਚ ਵਹੀਕਲ ਹੈ, ਰਾਈਟ। ਯਾਨੀ ਆਪਾਂ ਕਹਿ ਦੋ ਵੀ ਸੈਟੇਲਾਈਟ ਲਾਂਚ ਕਰਨਾਗਾ ਤਾਂ ਉਹਦੇ ਵਾਸਤੇ ਕ੍ਰਾਇਓਜੈਨਿਕ ਇੰਜਨ ਦਾ ਇਸਤੇਮਾਲ ਹੁੰਦਾ। ਸੋ ਇੱਕ ਇੰਡੀਆ ਬਹੁਤ ਯਾਨੀ ਐਂ ਕਹਿ ਲਓ ਵੀ ਇਹਦੇ ਵਿੱਚ ਐਡਵਾਂਸ ਲੈਵਲ ਤੇ, ਕਿਉਂਕਿ ਕ੍ਰਾਇਓਜੈਨਿਕ ਇੰਜਨ ਇਸਤੇਮਾਲ ਕਰਨ ਵਾਲੇ ਸਿਰਫ 6 ਕੰਟਰੀ ਹੈ, ਜਿਹਦੇ ਵਿੱਚ ਆਪਣਾ ਇੰਡੀਆ 6ਵਾਂ ਕੰਟਰੀ ਹੈ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਬਣਦਾ ਗਾ। ਉਹ ਹੁਣ 6 ਕੰਟਰੀ ਕਿਹੜੇ ਆ ਉਹਨਾਂ ਦਾ ਯਾਦ ਨਾਮ ਤੁਸੀਂ ਜ਼ਰੂਰ ਲਿਖਣਾਗਾ। ਜਿਵੇਂ ਕਿ ਆਪਾਂ ਜੇਕਰ ਪਹਿਲਾ ਨਾਮ ਦੀ ਗੱਲ ਕਰੀਏ ਤਾਂ ਚਾਈਨਾ ਗਾ, ਫਿਰ ਆਪਣਾ ਰਸ਼ੀਆ ਆ ਜਾਂਦਾ ਗਾ, ਜਾਪਾਨ ਹੈ, ਠੀਕ ਹੈ, USA ਹੈ ਤੇ ਫਰਾਂਸ ਹੈ, ਰਾਈਟ। ਸੋ 5 ਤਾਂ ਤੁਹਾਡੇ ਇਹ ਹੋ ਗਏ ਐਂਡ 6ਵਾਂ ਜਿਹੜਾ ਹੈਗਾ ਆਪਣਾ ਹੁਣ ਯਾਨੀ ਇੰਡੀਆ ਦਾ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ। ਸੋ ਦ੍ਰੌਪਦੀ ਮੁਰਮੂ ਨੇ ਇਹ ਇਨੈਗੋਰੇਟ ਤਾਂ ਕੀਤਾ ਹੀ ਕੀਤਾ ਕ੍ਰਾਇਓਜੈਨਿਕ ਇੰਜਨ ਯਾਨੀ ਮੈਨੂਫੈਕਚਰਿੰਗ ਫੈਸਿਲਿਟੀ ਆਫ HAL। ਨਾਲ ਇੱਕ ਇੰਸਟੀਚਿਊਟ ਹੈ ਜਿਹੜਾ ਕਿ ਸਾਊਥ ਜ਼ੋਨ ਇੰਸਟੀਚਿਊਟ ਆਫ ਵਾਇਰੋਲੋਜੀ, ਸਾਊਥ ਜ਼ੋਨ ਇੰਸਟੀਚਿਊਟ ਆਫ ਵਾਇਰੋਲੋਜੀ ਜਿਹੜਾ ਕਿ ਬੰਗਲੌਰੂ ਦੇ ਵਿੱਚ, ਰਾਈਟ। ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਸੋ ਇਹ ਕਾਫੀ ਇੰਪੋਰਟੈਂਟ ਹੈ, ਯਾਦ ਰੱਖਣਾ, ਸਾਊਥ ਜ਼ੋਨ ਇੰਸਟੀਚਿਊਟ ਆਫ ਵਾਇਰੋਲੋਜੀ। ਸੋ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਰਾਈਟ ਹੋ ਗਿਆ। ਇਸ ਤੋਂ ਬਾਅਦ ਆਪਾਂ ਨੈਕਸਟ ਦੀ ਗੱਲ ਕਰੀਏ ਤਾਂ ਨੈਕਸਟ ਹੈਗਾ ਜੀ ਫਸਟ ਨੇਟਿਵ ਅਮਰੀਕਨ ਵੂਮਨ ਐਸਟਰੋਨੌਟ ਇਨ ਸਪੇਸ। ਸੋ ਬੇਸਿਕਲੀ ਇੱਕ ਪ੍ਰੋਜੈਕਟ ਹੈ ਉਸ ਯਾਨੀ ਜੋ ਬੇਸਿਕਲੀ ਜਾਊਗਾ ਸਪੇਸ ਐਕਸ ਕ੍ਰਿਊ ਡਰੈਗਨ ਕੈਪਸੂਲ, ਯਾਨੀ ਇਸ ਮਿਸ਼ਨ ਰਾਹੀਂ ਇਹਦੇ ਵਿੱਚ ਜਿਹੜੀ ਪਹਿਲੀ ਨੇਟਿਵ ਅਮਰੀਕਨ ਬਣੀ ਆ ਉਹਨਾਂ ਦਾ ਨਾਮ ਕੀ ਹੈ ਭਾਈ? ਨਿਕੋਲੇ ਮਾਨ। ਇਹ ਵੂਮਨ ਪਹਿਲੀ ਵੂਮਨ, ਰਾਈਟ, ਫਸਟ ਨੇਟਿਵ ਅਮਰੀਕਨ, ਰਾਈਟ। ਨਿਕੋਲੇ ਮਾਨ ਜਸਟ ਬਿਕੇਮ ਦਾ ਫਸਟ ਨੇਟਿਵ ਅਮਰੀਕਨ ਵੂਮਨ ਇਨ ਸਪੇਸ। ਨਾਸਾ ਐਸਟਰੋਨੌਟ ਜਿਨ੍ਹਾਂ ਨੇ ਲਾਂਚ ਕੀਤਾ ਅਰਥਜ਼ ਆਰਬਿਟ ਅਬੋਰਡ ਏ ਸਪੇਸ ਐਕਸ ਕ੍ਰਿਊ ਡਰੈਗਨ ਕੈਪਸੂਲ। ਸੋ ਇਸ ਮਿਸ਼ਨ ਰਾਹੀਂ ਬੇਸਿਕਲੀ ਉਹ ਜਾ ਰਹੇ ਆ। ਇਹ ਤਾਂ ਹੋ ਗਿਆ ਬੇਸਿਕਲੀ ਜੋ ਫਸਟ ਨੇਟਿਵ ਅਮਰੀਕਨ ਦਾ ਮਤਲਬ ਕੀ ਆ ਕਿ ਜੋ ਹੈ ਤਾਂ ਓਬਵੀਅਸ ਗੱਲ ਆ ਉਹਨਾਂ ਦਾ ਜੇਕਰ ਪਿਛੋਕੜ ਦੇਖਿਆ ਜਾਊ ਗਾਹਾਂ ਦੀ ਗਾਹਾਂ ਤਾਂ ਬੇਸਿਕਲੀ ਦਾਦੇ ਪੜਦਾਦੇ ਗਾਹਾਂ ਤਾਂ ਓਬਵੀਅਸ ਗੱਲ ਹੈ ਇੰਡੀਆ ਦੇ ਨਾਲ ਰਿਲੇਟਡ ਆ। ਪਰ ਜਦੋਂ ਸਦੀਆਂ ਤੋਂ ਬੰਦਾ ਰਿਹਾ ਹੁੰਦਾ, ਜੇ ਮੰਨ ਲਓ ਆਪਾਂ ਜਾ ਕੇ ਕੈਨੇਡਾ ਰਹਿ ਲਈਏ ਤਾਂ ਉਸ ਤੋਂ ਬਾਅਦ ਮੇਰੀ 5ਵੀਂ ਪੀੜ੍ਹੀ 6ਵੀਂ ਪੀੜ੍ਹੀ ਓਬਵੀਅਸ ਗੱਲ ਆ ਉਹ ਨੇਟਿਵ ਇੱਕ ਤਰ੍ਹਾਂ ਦੀ ਹੋ ਜੂਗੀ ਉੱਥੋਂ ਦੀ, ਕਿਉਂਕਿ ਉੱਥੋਂ ਦੀ ਜੰਪਲ ਆ, ਰਾਈਟ। ਸੋ ਇਸ ਤਰੀਕੇ ਦੇ ਨਾਲ ਉਹਨੂੰ ਆਪਾਂ ਨੇਟਿਵ ਅਮਰੀਕਨ ਕਹਿੰਦੇ ਆ। ਸੋ ਨਿਕੋਲੇ ਮਾਨ ਨੇਟਿਵ ਅਮਰੀਕਨ ਪਹਿਲੀ ਵੂਮਨ ਬਣੀ ਆ, ਰਾਈਟ ਹੋ ਗਿਆ। ਸੋ ਇਹਨਾਂ ਦਾ ਜਿਹੜਾ ਬੇਸਿਕਲੀ ਜਿਵੇਂ ਆਪਾਂ ਮਾਨ ਦੀ ਜੇਕਰ ਗੱਲ ਕਰੀਏ ਤਾਂ ਇਹ ਮੈਂਬਰ ਆਫ ਦਾ ਵੈਲੈਕੀ ਆਫ ਦਾ ਰਾਉਂਡ ਵੈਲੀ ਇੰਡੀਅਨ ਟ੍ਰਾਈਬਸ, ਯਾਨੀ ਉਹਦੀ ਮੈਂਬਰ ਆ ਬੇਸਿਕਲੀ, ਰਾਈਟ। ਸੋ ਇਹ ਵੀ ਇੱਕ ਤਰ੍ਹਾਂ ਦਾ ਇੰਪੋਰਟੈਂਟ ਕੁਐਸਚਨ ਬਣਦਾ। ਪਰ ਹਾਂ ਜੇਕਰ PPSC ਪਰਪਸ ਤੋਂ ਪੜ੍ਹੋ, ਸੀਨੀਅਰ ਅਸਿਸਟੈਂਟ ਆ ਤਾਂ ਉਸ ਇੰਪੋਰਟੈਂਟ ਕਿਉਂਕਿ ਇਹਨਾਂ ਦੇ ਵਿੱਚ ਐਸੇ ਪੁਆਇੰਟ ਬਣ ਜਾਂਦੇ ਆ, ਰਾਈਟ। ਇਸ ਤੋਂ ਬਾਅਦ ਜੇਕਰ ਆਪਾਂ ਹੁਣ ਇਹ ਤਾਂ ਵੂਮਨ ਦੀ ਗੱਲ ਕੀਤੀ, ਜੇਕਰ ਆਪਾਂ ਪਹਿਲੇ ਮੇਲ ਦੀ ਗੱਲ ਕਰੀਏ, ਰਾਈਟ, ਯਾਨੀ ਪਹਿਲਾ ਜਿਹੜਾ ਸਭ ਤੋਂ ਪਹਿਲਾਂ ਮੇਲ ਵੂਮਨ ਤਾਂ ਓਬਵੀਅਸ ਗੱਲ ਹੈ ਪਹਿਲਾ, ਰਾਈਟ। ਜੇਕਰ ਪਹਿਲਾ ਪੂਰਾ ਹੀ ਪਹਿਲਾ ਆ ਜੇ ਤਾਂ ਜੌਨ ਹੈਰਿੰਗਟਨ ਜਿਹੜਾ ਕਿ ਮੈਂਬਰ ਆਫ ਚਿਕਸਾ ਨੇਸ਼ਨ ਹੈ, ਇਹ ਪਹਿਲਾ ਨੇਟਿਵ ਅਮਰੀਕਨ ਬਣਿਆ ਸੀ। ਕਦੋਂ? 2002 ਦੇ ਵਿੱਚ ਅਕੋਰਡਿੰਗ ਟੂ ਨਾਸਾ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਆ। ਸੋ ਪਹਿਲਾ ਨੇਟਿਵ ਅਮਰੀਕਨ ਵੂਮਨ ਜੇਕਰ ਪੁੱਛਿਆ ਜਾਵੇ ਤਾਂ ਨਿਕੋਲੇ ਮਾਨ ਆ, ਬਟ ਜੇਕਰ ਓਵਰਆਲ ਪੁੱਛ ਲਿਆ ਜਾਵੇ 2002 ਦੇ ਵਿੱਚ ਚਿਕਸਾ ਨੇਸ਼ਨ ਦਾ ਜਿਹੜਾ ਕਿ ਮੈਂਬਰ ਸੀਗਾ ਜੌਨ ਹੈਰਿੰਗਟਨ। ਸੋ ਇਹ ਤੁਸੀਂ ਯਾਦ ਰੱਖਣਾ, ਕਾਫੀ ਇੰਪੋਰਟੈਂਟ ਹੈ। ਨੈਕਸਟ ਆ ਗਿਆ ਭਾਈ ਇਸਰੋ ਨੇ ਕਹਿੰਦਾ ਲਾਂਚ ਕੀਤਾ LVM3।
LVM3M2 ਜਿਹੜਾ ਕਿ ਫਸਟ ਕਮਰਸ਼ੀਅਲ ਮਿਸ਼ਨ ਹੈ ਟੂ ਪਲੇਸ ਆਲ 36 ਸੈਟੇਲਾਈਟਸ ਇਨਟੂ ਇੰਟੈਂਡਡ ਆਰਬਿਟਸ। ਕਮਰਸ਼ੀਅਲ ਦਾ ਮਤਲਬ ਕੀ ਹੈ? ਕਮਰਸ਼ੀਅਲ ਮਿਸ਼ਨ ਦਾ ਮਤਲਬ ਇੱਕ ਤਰ੍ਹਾਂ ਦਾ ਟ੍ਰੇਡ ਦੇ ਨਾਲ, ਜਿਵੇਂ ਆਪਾਂ ਬੱਸ ਦੇ ਵਿੱਚ ਸਵਾਰੀਆਂ ਬਿਠਾਉਣੇ ਆ ਕਿ ਤੁਹਾਨੂੰ ਇੰਨੀ ਥਾਂ ਤੇ ਅਸੀਂ ਛੱਡਿਆਵਾਂਗੇ, ਕਿਸੇ ਨੂੰ ਬਠਿੰਡੇ ਤਾਰਤਾ, ਕਿਸੇ ਨੂੰ ਬਰਨਾਲੇ ਤਾਰਤਾ, ਪਟਿਆਲੇ ਤਾਰਤਾ, ਅੰਮ੍ਰਿਤਸਰ ਤਾਰਤਾ, ਯਾਨੀ ਇੱਕ ਤਰੀਕੇ ਦੇ ਨਾਲ ਯਾਨੀ ਉਹਨਾਂ ਨੂੰ ਇੱਕ ਥਾਂ ਤੇ ਛੱਡ ਕੇ ਆਉਣਾ। ਤਾਂ ਉਵੇਂ 36 ਸੈਟੇਲਾਈਟ ਆ ਜਿਨ੍ਹਾਂ ਨੂੰ ਉਹ ਉਹਨਾਂ ਦੇ ਥਾਂ ਤੇ ਛੱਡ ਕੇ ਆਉਣਗੇ। ਇਹ ਫਸਟ ਕਮਰਸ਼ੀਅਲ ਮਿਸ਼ਨ ਹੈ ਬੇਸਿਕਲੀ ਇਸਰੋ ਦੁਆਰਾ ਜਿਹੜਾ ਲਾਂਚ ਕੀਤਾ ਗਿਆ। LVM3M2 ਇਸ ਕਾਫੀ ਇੰਪੋਰਟੈਂਟ ਹੈ। ਸੋ ਇਸਰੋ ਨੇ ਲਾਂਚ ਕੀਤਾ ਇਟਸ ਫਸਟ ਡੈਡੀਕੇਟਡ ਕਮਰਸ਼ੀਅਲ ਮਿਸ਼ਨ ਟੂ ਲਾਂਚ ਵਹੀਕਲ Mark 3। ਸੋ ਇਹ ਕਾਫੀ ਇੰਪੋਰਟੈਂਟ ਹੈ। LVM3M2 ਸੈਟੇਲਾਈਟ ਸਕਸੈਸਫੁਲੀ ਕਿੱਥੋਂ? ਸਤੀਸ਼ ਧਵਨ ਸਪੇਸ ਸੈਂਟਰ ਤੋਂ। ਇਹ ਕਿੱਥੇ ਹੈ ਭਾਈ? ਸ੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼। ਸੋ ਇਹ ਹੈੱਡਕੁਆਟਰ ਵਗੈਰਾ ਯਾਦ ਰੱਖਣੇ ਕਾਫੀ ਇੰਪੋਰਟੈਂਟ ਹੈ। ਇਹ ਮਿਸ਼ਨ ਕਹਿੰਦਾ ਇਨਹਾਂਸ ਕਰੂਗਾ, ਦਿਸ ਮਿਸ਼ਨ ਵਿਲ ਇਨਹਾਂਸ ਟੈਲੀ ਕਮਿਊਨੀਕੇਸ਼ਨ ਰਿਲੇਟਡ ਸਰਵਿਸਿਜ਼। ਓਬਵੀਅਸ ਗੱਲ ਹੈ ਜਦੋਂ ਇੱਕ ਟ੍ਰਾਂਸਫਰ ਕਰ ਰਹੇ ਹੋ ਤਾਂ ਉਹਦੇ ਵਾਸਤੇ ਤਾਂ ਇਹ ਕੰਮ ਆਉਣਾ ਹੀ ਆਉਣਾ। ਤਾਂ ਇਨਹਾਂਸ ਕਰੂਗਾ ਟੈਲੀ ਕਮਿਊਨੀਕੇਸ਼ਨ ਨੂੰ ਐਂਡ ਉਹਦੇ ਨਾਲ ਰਿਲੇਟਡ ਸਰਵਿਸਿਜ਼ ਨੂੰ। ਤੇ ਬਾਕੀ ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਜਿਹੜਾ ਨੈਕਸਟ ਚੰਦਰਯਾਨ ਮਿਸ਼ਨ ਹੈ ਉਹ ਆਪਣਾ ਅਗਲੇ ਸਾਲ ਲਾਂਚ ਹੋਊਗਾ। ਚਲੋ ਇਹ ਅਗਲੇ ਸਾਲ ਜਦੋਂ ਲਾਂਚ ਹੋਊ ਉਦੋਂ ਕਰੰਟ ਅਫੇਅਰ ਦਾ ਬਣ ਜਾਊਗਾ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ। ਤੇ ਬਾਕੀ ਜਿਹੜੀ ਇੰਪੋਰਟੈਂਟ ਚੀਜ਼ ਬਣਦੀ ਆ, ਇਸਰੋ ਦਾ ਹੈੱਡਕੁਆਟਰ ਬੈਂਗਲੁਰੂ ਆ। ਚੇਅਰਪਰਸਨ ਤੁਹਾਨੂੰ ਪਤਾ ਕਿ 2022 ਸਟਾਰਟਿੰਗ ਦੇ ਵਿੱਚ ਜਨਵਰੀ ਦੇ ਵਿੱਚ ਬੇਸਿਕਲੀ ਇਹ ਚੇਅਰਮੈਨ ਜਿਹੜੇ ਬਣੇ ਸੀਗੇ S ਸੋਮਨਾਥ। ਸੋ ਇਹ ਯਾਦ ਰੱਖਣਾ। ਤੇ ਜਿਹੜੀ ਇਸਰੋ ਦੀ ਫਾਊਂਡੇਸ਼ਨ ਹੋਈ ਆ ਉਹ ਕਦੋਂ ਹੋਈ ਆ? 15 ਅਗਸਤ 1969 ਨੂੰ। ਸੋ ਇਹ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ, ਰਾਈਟ। ਸੋ ਇਹ ਸਾਰਾ ਕੁਝ ਇੰਪੋਰਟੈਂਟ ਬਣ ਗਿਆ। ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ, ਤਾਂ ਨੈਕਸਟ ਆਪਾਂ ਕੁਐਸਚਨ ਤਾਂ ਚਲੋ ਕਰਾਂਗੇ ਇਸ ਤੋਂ ਬਾਅਦ। ਤਾਂ ਨੈਕਸਟ ਆ ਗਿਆ ਜਿਹੜਾ ਦਿਖ ਰਿਹਾ, ਕੱਟ ਗਿਆ ਥੋੜਾ ਜਿਹਾ ਤੇ ਇੱਧਰ ਕਰ ਲੈਂਦੇ। ਤਾਂ ਨੈਕਸਟ ਜਿਹੜਾ ਹੈਗਾ ਕਹਿੰਦਾ ਇੰਡੀਆ ਨੇ ਸਕਸੈਸਫੁਲੀ ਟੈਸਟ ਕੀਤਾ ਨੈਕਸਟ ਜਨਰੇਸ਼ਨ ਅਗਨੀ ਪ੍ਰਾਈਮ ਬਲਿਸਟਿਕ ਮਿਸਾਈਲ। ਤੁਹਾਨੂੰ ਪਤਾ ਆਪਣੀ ਅਗਨੀ ਸੀਰੀਜ਼ ਕਾਫੀ ਸਕਸੈਸਫੁਲ ਰਹੀ ਹੈ। ਜੇਕਰ ਆਪਾਂ ਲਾਸਟ ਕਾਫੀ ਯਾਨੀ ਸਾਲ ਤੋਂ ਦੇਖੀਏ, ਮੈਨੂੰ ਲੱਗਦਾ ਜੇਕਰ ਆਪਾਂ ਲਾਸਟ 10 ਸਾਲਾਂ ਦੀ ਗੱਲ ਕਰੀਏ ਤਾਂ ਬੇਸਿਕਲੀ ਅਗਨੀ 1, ਅਗਨੀ 2, ਅਗਨੀ 3, ਅਗਨੀ 4 ਬੇਸਿਕਲੀ ਸਾਰੀਆਂ ਇਹ ਜਿਹੜੀ ਸੀਰੀਜ਼ ਆ ਬੇਸਿਕਲੀ ਕਾਫੀ ਸਕਸੈਸਫੁਲ ਰਹੀਆਂ, ਰਾਈਟ ਆ। ਸੋ ਇੰਡੀਆ ਨੇ ਹੁਣ ਜਿਹੜਾ ਨੈਕਸਟ ਜਨਰੇਸ਼ਨ ਅਗਨੀ ਪ੍ਰਾਈਮ ਬਲਿਸਟਿਕ ਮਿਸਾਈਲ ਆ ਉਹਦਾ ਵੀ ਸਕਸੈਸਫੁਲੀ ਟੈਸਟ ਕਰ ਲਿਆ, ਯਾਨੀ ਉਹ ਸਾਰੇ ਪੈਰਾਮੀਟਰ ਵਗੈਰਾ ਹੋ ਗਿਆ, ਰਾਈਟ। ਐਂਡ ਇਹ ਕਿੱਥੋਂ ਲਾਂਚ ਕੀਤੀ ਗਈ ਆ? ਇਹ ਕੀਤੀ ਗਈ ਆ ਮੋਬਾਈਲ ਲਾਂਚਰ ਫਰੋਮ APJ ਅਬਦੁਲ ਕਲਾਮ ਆਈਲੈਂਡ ਜਿਹੜਾ ਕਿ ਉੜੀਸਾ। ਆਹੀ ਇੰਪੋਰਟੈਂਟ ਆ ਬਸ, ਕਿਉਂਕਿ ਪੁੱਛਿਆ ਜਾ ਸਕਦਾ ਵੀ ਹਾਲ ਹੀ ਦੇ ਵਿੱਚ ਜਿਹੜੇ ਇੰਡੀਆ ਨੇ ਯਾਨੀ ਨੈਕਸਟ ਜਨਰੇਸ਼ਨ ਅਗਨੀ ਪ੍ਰਾਈਮ ਜੋ ਬਲਿਸਟਿਕ ਮਿਸਾਈਲ ਬੇਸਿਕਲੀ ਟੈਸਟ ਫਾਇਰ ਕੀਤਾ ਉਹ ਸਕਸੈਸਫੁਲੀ ਕਿੱਥੋਂ ਕੀਤਾ ਗਿਆ? ਤਾਂ APJ ਅਬਦੁਲ ਕਲਾਮ ਆਈਲੈਂਡ ਉੜੀਸਾ ਤੋਂ ਕੀਤਾ ਗਿਆ। ਸੋ ਇਹਦੀ ਰੇਂਜ ਆ ਜਿਹੜੀ ਉਹ 1000 ਤੋਂ 2000 ਕਿਲੋਮੀਟਰ ਦੇ ਬੈਟਵੀਨ ਆ, ਬਾਕੀ ਸਾਰੇ ਪੈਰਾਮੀਟਰ ਵਗੈਰਾ ਪਾਰ ਕੀਤੇ ਆ। ਇਹ ਸਾਰਾ ਕੁਝ ਇਹਨਾਂ ਨੇ ਦੱਸਿਆ ਗਿਆ। ਪ੍ਰੀਵੀਅਸਲੀ ਕਹਿੰਦੇ 2021 ਦੇ ਵਿੱਚ ਵੀ ਟ੍ਰਾਇਲ ਹੋਇਆ ਸੀ ਸੇਮ ਬੇਸ ਤੇ, ਉਹ ਵੀ ਸਕਸੈਸਫੁਲ ਰਿਹਾ ਸੀ। ਤੇ ਕਾਫੀ ਸੀਰੀਜ਼ ਆ ਜਿਹੜੀਆਂ ਅਗਨੀ ਦੀ ਯਾਨੀ ਕਿ ਇਹ ਰਹੀ ਹੈ। ਜਿਵੇਂ ਤੁਹਾਨੂੰ ਮੈਂ ਅਗਨੀ 5 ਤੱਕ ਦੱਸਿਆ ਕਿ ਆਪਾਂ ਕਾਫੀ ਸਕਸੈਸਫੁਲ ਰਹੇ ਹਾਂ। ਸੋ ਜੇਕਰ ਇਹ ਸੀਰੀਜ਼ ਦੇਖੀ ਜਾਵੇ ਤਾਂ ਇਹ ਅਗਨੀ ਦਾ 6ਵਾਂ ਪਾਰਟ ਬਣਦਾ, ਇੱਕ ਤਰੀਕੇ ਦੀ 6ਵੀਂ ਸੀਰੀਜ਼ ਆ। ਕਿਤੇ ਨਾ ਕਿਤੇ ਇੱਥੇ ਲਿਖਿਆ ਵੀ ਹੋਊਗਾ ਮੀਡੀਅਮ ਰੇਂਜ ਨਿਊਕਲੀਅਰ ਕੈਪੇਬਲ ਨੈਕਸਟ ਜਨਰੇਸ਼ਨ। ਤੇ ਉਸ ਤੋਂ ਬਾਅਦ ਆ ਪਿਆ ਇਟ ਇਜ਼ ਆਲਸੋ ਦਾ 6th ਮਿਸਾਈਲ ਇਨ ਦਾ ਅਗਨੀ ਸੀਰੀਜ਼ ਆਫ ਦਾ ਬਲਿਸਟਿਕ ਮਿਸਾਈਲ। ਆਹ ਲਾਈਨ ਇੰਪੋਰਟੈਂਟ ਬਣਦੀ ਆ ਕਿ ਕਿੰਨਵੀਂ ਆ? ਅਗਨੀ 6th ਯਾਨੀ ਕਿ 6th ਮਿਸਾਈਲ ਹੈ। ਸੋ ਇਹ ਕਾਫੀ ਇੰਪੋਰਟੈਂਟ ਹੈ, ਰਾਈਟ। ਐਂਡ ਇਸ ਤੋਂ ਬਾਅਦ ਲਾਂਚ ਕਿਹਨੇ ਕੀਤਾ ਗਿਆ ਇਸ ਨੂੰ? DRDO ਨੇ। ਤਾਂ DRDO ਦੀ ਜੇਕਰ ਆਪਾਂ ਸਟੈਟਿਕ ਪੋਰਸ਼ਨ ਦੀ ਗੱਲ ਕਰੀਏ ਤਾਂ DRDO 1958 ਦੇ ਵਿੱਚ ਫਾਊਂਡ ਹੋਇਆ। ਡਾਇਰੈਕਟਰ ਇਹਦੇ ਹੈਗੇ ਆ ਸ਼੍ਰੀ ਸੰਗਮ ਸਿਨਹਾ, ਹੈੱਡਕੁਆਟਰ ਇਹਦਾ ਨਿਊ ਦਿੱਲੀ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ ਭਾਈ, ਸਟੈਟਿਕ ਪੁਆਇੰਟ ਆਫ ਵਿਊ ਤੋਂ ਸਾਰਾ ਕੁਝ ਇੰਪੋਰਟੈਂਟ ਬਣਦਾ ਹੈ। ਆਈ ਥਿੰਕ ਤੁਹਾਨੂੰ ਪੂਰਾ ਸਾਫ਼ ਦਿਖ ਗਿਆ ਹੋਵੇਗਾ ਸਾਰਾ ਕੁਝ। ਇਸ ਤੋਂ ਬਾਅਦ ਆ ਗਿਆ ਜੀ ਹਰਦੀਪ ਸਿੰਘ ਪੁਰੀ। ਜੇਕਰ ਆਪਾਂ ਪੰਜਾਬ ਕਰੰਟ ਅਫੇਅਰ ਦੀ, ਤੁਹਾਨੂੰ ਪਤਾ ਕਿ ਮੈਂ ਪੰਜਾਬ ਕਰੰਟ ਅਫੇਅਰ ਵੀ ਕਰਾ ਰਿਹਾ ਪਰ ਉਹ ਆਉਂਦੇ ਬਹੁਤ ਥੋੜੇ ਘੱਟ ਯਾਨੀ ਆਉਂਦੇ ਬਹੁਤ ਥੋੜੇ ਆ, ਕਿਉਂਕਿ ਪੰਜਾਬ ਦੇ ਕਰੰਟ ਅਫੇਅਰ ਕੋਈ ਬਹੁਤੇ ਜ਼ਿਆਦਾ ਬਣਦੇ ਨਹੀਂ। ਪਰ ਉਹ ਹਜੇ ਮੇਰੇ ਕੋਲ ਬਣੇ ਹੋਏ ਆ, ਬਟ ਉਹ ਮੈਨੂੰ ਲੱਗਦਾ ਵੀ 15 ਮਿੰਟ ਦੀ ਕਲਾਸ ਬਣਦੀ ਆ। ਤਾਂ ਹਜੇ ਮੈਂ ਕਰੰਟ ਅਫੇਅਰ ਇਕੱਠੇ ਕਰ ਰਿਹਾ। ਜਦੋਂ ਕਰੰਟ ਅਫੇਅਰ ਇਕੱਠੇ ਹੋ ਗਏ ਤਾਂ ਪੰਜਾਬ ਦੇ ਵੀ ਮੈਂ ਕਰੰਟ ਅਫੇਅਰ ਕਰਾ ਦੂੰਗਾ। ਯਾਨੀ ਕਿ ਉਹ ਹਜੇ 2 ਲੈਕਚਰ ਹੋਇਆ, ਜਿਨ੍ਹਾਂ ਨੇ ਨਹੀਂ ਦੇਖੇ ਤਾਂ ਉਹ ਦੇਖ ਲਿਓ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਦੇ ਸੀਗੇ ਤੇ ਹੁਣ ਨਵੰਬਰ ਤਾਂ ਹਜੇ ਚੜ੍ਹੇ ਹੀ ਆ, ਹੈ ਨਾ। ਤਾਂ ਅਕਤੂਬਰ ਮਹੀਨੇ ਦੇ 2 ਬਣ ਗਏ ਸੀ, ਹਜੇ ਨਵੰਬਰ ਤਾਂ ਚਲੋ ਦੇਖੋ, ਹੈ ਨਾ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਵੀ ਮੈਂ ਕਰਵਾ ਦੂੰਗਾ, ਡੂ ਨਾਟ ਵਰੀ। ਸੋ ਫਿਲਹਾਲ ਜਦ ਪੰਜਾਬ ਜੀ ਕੇ ਕਰੰਟ ਅਫੇਅਰ ਦੇ ਵਿੱਚ ਆਪਾਂ ਜਿਹੜੀ ਚੀਜ਼ ਪੜ੍ਹੀ ਸੀ ਉਹਦੇ ਵਿੱਚ ਤੁਹਾਨੂੰ ਮੈਂ ਕੀ ਪੜ੍ਹਾਇਆ ਸੀਗਾ? ਪੰਜਾਬ ਕਰੰਟ ਅਫੇਅਰ ਦੇ ਵਿੱਚ ਤੁਹਾਨੂੰ ਪੜ੍ਹਾਇਆ ਸੀ ਕਿ ਭਗਵੰਤ ਮਾਨ ਦੁਆਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਆਪਾਂ ਪੜ੍ਹਿਆ ਸੀ ਕਿ ਭਾਈ ਬਾਇਓਗੈਸ ਪਲਾਂਟ ਇੰਡੀਆ ਦਾ ਲਾਰਜੈਸਟ ਲੱਗਿਆ। ਤਾਂ ਉਦੋਂ ਮੈਂ ਨਾਲ ਹਰਦੀਪ ਸਿੰਘ ਪੁਰੀ ਦਾ ਨਾਮ ਵੀ ਲਿਆ ਸੀ ਕਿਉਂਕਿ ਇਨੈਗੋਰੇਟ ਇਹਨਾਂ ਨੇ ਕੀਤਾ। ਸੋ ਹਰਦੀਪ ਸਿੰਘ ਪੁਰੀ ਇਨੈਗੋਰੇਟਡ ਏਸ਼ੀਆ ਦਾ ਲਾਰਜੈਸਟ ਕੰਪਰੈਸਡ ਬਾਇਓਗੈਸ ਪਲਾਂਟ ਆ ਜਿਹੜਾ CBG ਇਨ ਸੰਗਰੂਰ ਪੰਜਾਬ ਦੇ ਵਿੱਚ ਬੇਸਿਕਲੀ ਇਨੈਗੋਰੇਟ ਕੀਤਾ ਗਿਆ। ਇਹ ਪ੍ਰੋਜੈਕਟ ਕਿਹੜੇ ਪਲਾਨ ਦੇ ਅੰਡਰ ਆ? ਇਹ ਕਾਫੀ ਇੰਪੋਰਟੈਂਟ ਬਣਦਾ ਗਾ। This plant has been set up under the sustainable alternative towards affordable transportation।
आ याद रखना गा, स्टैट की फुल फॉर्म याद रखनी है, यानी ये प्रोजैक्ट किस दे अंडर है, किहड़े प्लान के अंडर है। यह जिहड़ा प्लांट लगाया गया एक प्रोजैक्ट है बेसिकली, उसका नाम की एक इनीशिएटिव है, उसका नाम है स्टैट। फुल फॉर्म याद रखनी है, सस्टेनेबल अल्टरनेटिव टुवार्ड्स अफोर्डेबल ट्रांसपोर्टेशन। सो ये काफ़ी चीज़ां इंपॉर्टेंट बनदियां भाई। बाकी तुहानूं पता ही है कि एशिया का लार्जेस्ट कंप्रैस्ड बायोगैस प्लांट है। हुण जिहड़ा स्टैट इनीशिएटिव है बेसिकली यह की है 2018 दे विच अपनी गवर्नमेंट ऑफ इंडिया द्वारा लॉन्च किया गया सी एक प्रोजैक्ट अक्तूबर दे विच कि जिहड़ा कंप्रैस्ड बायोगैस बेसिकली प्लांट वगैरह लाए जाएंगे, यानी इंडिया दे विच पूर्ण तौर पर आप फैलावांगे ताकि जिहड़ी एग्रीकल्चर है यानी किसानी नूं बेसिकली फायदा होवे, राइट। सपोर्टिंग फार्मर्स, उन्हां दी जिहड़ी इनकम है वो इंक्रीज होवे, इंडियाज डोमैस्टिक एनर्जी प्रोडक्शन एंड सैल्फ सफिशिएंसी एंड ऑल्सो रिड्यूस द एयर पोल्यूशन बेसिकली रिड्यूस करूगा। सो हुण तक कहते भाई 38 जिहड़े हैगे कंप्रैस्ड बायोगैस प्लांट वो कमीशन कर दिते गए इस स्टैट इनीशिएटिव के द्वारा। सो स्टैट की फुल फॉर्म याद रखनी है। तो स्टैट इनीशिएटिव कदों लॉन्च होयागा 2018 के किहदे द्वारा होया, गवर्नमेंट ऑफ इंडिया द्वारा, एंड कास के वास्ते है कंप्रैस्ड बायोगैस प्लांट, राइट हो गया। सो ये काफ़ी इंपॉर्टेंट है। इस तो बाद आप जेकर गल करिए भाई नैक्सट करंट अफेयर की, तो नासा ने कहना अनाउंस किया गया डार्ट मिशन, एक काफ़ी इंपॉर्टेंट है। नासा ने मिशन किया डार्ट मिशन टेस्ट सक्सैसफुल। सो ये बेसिकली डार्ट मिशन है कि जिमें आप सुनते होने आम तौर पर कि धरती दे कोले एक एस्ट्रॉयड आ रहे हैं, काफ़ी जेकर साल पहला की गल की जाए, करोड़ों साल पहला की, तो एस्ट्रॉयड काफ़ी धरती पर आके डिगे, हुण भी खतरा बनया रहिंदा, कदे ना कदे आपां नूं कहंदे आ भी इन्ना नेड़े आ गया जां इन्नी सालां बाद एक एस्ट्रॉयड धरती नूं आके टकरूगा। तो जेकर बेसिकली कोई डैडली एस्ट्रॉयड है, तो जेकर वो धरती नूं टकरूगा तो ऑबवियस गल है नुकसान तो किते ना किते होऊगा। तो वो एस्ट्रॉयड नूं रोकण वास्ते, उस एस्ट्रॉयड नूं रोकण वास्ते हुणे तो तैयारियां स्टार्ट है। तो बेसिकली उस मिशन का नाम है डार्ट मिशन, जिहड़ा कि उस एस्ट्रॉयड दे नाल डेलीबरेटली यानी कि जान बुझ के टकराया जाऊगा ताकि उस एस्ट्रॉयड की जिहड़ी हैगी आ डायरैक्शन चेंज हो जाए। तो बेसिकली एक एस्ट्रॉयड है जिहड़ा धरती वाले नूं आ रहा सीगा, काफ़ी डैडली होंगे एस्ट्रॉयड। तो देखो धरती वाले नूं बहुत आ रहे हैं, आउंदे ही रहंदे आ, जिहड़े डैडली होंगे उन्हां दी न्यूज़ बनती है कि ये डैडली है, ये नुकसान करूगा। सो फिलहाल जो एस्ट्रॉयड आ रहा सी वो इन्ना ज़्यादा डैडली नहीं, तो इस करके उस दे नाल ही एक सुक्सैसफुली टेस्ट हो गया भी उहदे नाल टकराया तो उहदी डायरैक्शन नूं चेंज सुक्सैसफुली कर दिता गया। सो उस मिशन नूं डार्ट मिशन कहा गया भाई। सो द अमेरिकन स्पेस एजेंसी नासा अनाउंसड कहते भाई डबल एस्ट्रॉयड रीडायरैक्शन टेस्ट, इंपॉर्टेंट है यदि फुल फॉर्म, डबल एस्ट्रॉयड रीडायरैक्शन टेस्ट किया गया तो सुक्सैसफुली हो गया। कहते भाई जो एस्ट्रॉयड आ रहा सी, कहते उन्होंने डेलीबरेटली मतलब जानबूझ के उन्होंने क्रैश किया गया इनटू एंड एस्ट्रॉयड लास्ट मंथ, तो उन्होंने सुकसीड करता, यानी आप सुक्सैस हो गए कादे विच इन चेंजिंग द एस्ट्रॉयड्स मोशन इन स्पेस। ये काफ़ी 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 इंपॉर्टेंट है। एंड ये कहते डार्ट जो स्पेस क्राफ्ट है इन्हों डिज़ाइन ही इस करके किया गया ताकि जोड़े डैडली एस्ट्रॉयड्स आ बेसिकली उन्होंने डायरैक्शन चेंज कर सकीए। सो ये काफ़ी इंपॉर्टेंट है। नासा के जोड़े चीफ है उन्होंने नाम बिल नैल्सन है। बिल नैल्सन ने स्टेटमेंट दी है, कहता यह दिस वाज द फर्स्ट टाइम जड़ा ह्यूमैनिटी यानी हैज़ अल्टर्ड द मोशन ऑफ द सेलेस्टिकल बॉडी। सो सेलेस्टिकल बॉडी जो बेसिकली जी हैगी आप जिमें एस्ट्रॉयड वगैरह हो गया, सो पहली बार होया कहते भी आप सेलेस्टिकल बॉडी इन्ने कैपेबल हो गए कि आप डायरैक्शन भी चेंज कर सकते हैं एंड काफ़ी हैल्पफुल आने वाले दिनों के हो सकती है। सो डार्ट मिशन नासा द्वारा ये याद रखना इंपॉर्टेंट है। नासा की जेकर आप गलबात करिए तो 29 जुलाई 1958 में फॉर्मेशन हुई है। हैडकुआटर जेकर गल करिए तो वाशिंगटन DC है। एडमिनिस्ट्रेशन जोड़ा है बिल नैल्सन है एंड डिप्टी एडमिनिस्ट्रेशन पैमेला मार। सो ये चीज़ां भाई इंपॉर्टेंट बनती। साइंस एंड टैक जो पोर्शन सिलेबस के पाया जाता वह मतलब ही यह होंगे कि स्टैटिक जीके के नाल तुसीं करंट अफेयर करने ही करने, करंट अफेयर तो इंपॉर्टेंट बनते ही बनते हैं, राइट। सो इत्थों ही क्वेश्चन पूछे जा सकते हैं भाई। अगला जेकर आप गलबात करिए तो अगला काफ़ी इंपॉर्टेंट है क्योंकि सन के नाल रिलेटेड जिन्ने भी अजकल प्रोजैक्ट चलते हैं, क्योंकि हुण सन नूं भी अप्रोच कर रहे हैं, सूरज नूं अप्रोच किया जा रहा है। हालांकि काफ़ी टाइम तो अप्रोच हो रहा है, बट जेकर पिछले थोड़े जिहा दहाकिਆਂ तो आप देखिए बहुत टाइम तो देखिए तो काफ़ी सुक्सैसफुल रहा कि आप सूरज नूं भी हुण अप्रोच कर सकते, सन नूं भी अप्रोच कर रहे हैं। सो चाइना का बेसिकली जो प्रोजैक्ट है काफ़ी इंपॉर्टेंट है भाई, जिहदा नाम है जी क्वाफू फस्ट। एक क्वाफू बेसिकली चाइनीज़ मैथोलॉजी क्वाफू नाम ही बेसिकली जोड़ा है वो जिमें कहते होंगे भी आप कुछ नाम ऐसे होंगे जिन्हों का मीनिंग होंगे तो चाइनीज़ मैथोलॉजी द्वारा तो उन्होंने कोई जिमें कह लो भी एक जिमें आप कहते अपने पूर्वज तो कोई क्वाफू सीगा जिहड़ा कि जिन्हों मन्निया जाता कि उन्हें सूरज ते विजय प्राप्त की सी, यानी कि है ना
ਤਾਂ ਵਿਕਟਰੀ ਬੇਸਿਕਲੀ ਕੀਤੀ ਸੀ ਸੂਰਜ ਤੇ, ਤਾਂ ਇਸੇ ਕਰਕੇ ਉਹਨਾਂ ਦੇ ਨਾਮ ਤੇ ਹੀ ਇਸ ਕੁਆਫੂ ਦਾ ਨਾਮ ਰੱਖਿਆ ਗਿਆ। ਸੋ ਕੁਆਫੂ ਫਸਟ ਸੈਟੇਲਾਈਟ ਲਾਂਚਡ ਬਾਈ ਚਾਈਨਾ ਟੂ ਅਨਰਾਵਲ ਸੀਕ੍ਰੇਟਸ ਆਫ ਦਾ ਸਨ, ਯਾਨੀ ਸਨ ਬਾਰੇ ਜੋ ਸੀਕ੍ਰੇਟਸ ਹੈ ਉਹਨੂੰ ਰਿਵੀਲ ਕਰੂਗਾ। ਸੋ ਕੁਆਫੂ ਸੈਟੇਲਾਈਟ ਕਾਫੀ ਇੰਪੋਰਟੈਂਟ ਹੈ, ਚਾਈਨਾ ਨੇ ਲਾਂਚ ਕੀਤਾ ਗਿਆ ਅਬਜ਼ਰਵੇਟਰੀ ਦੈਟ ਵਿਲ ਲੁੱਕ ਇਨਟੂ ਦਾ ਸਨ। launch the satellite after successfully integrated its under construction space station and approving the next phase of its lunar mission। सो ये काफ़ी इंपॉर्टेंट है। इस तो पहला भी मिशन काफ़ी इंपॉर्टेंट रहे हैं, यानी जिमें चाइना ने कुआफू किया गया, एवं सन मिशन काफ़ी रहे हैं, सोलर मिशन काफ़ी रहे हैं। उन्होंने नाम की है वो याद रखना। अच्छा, कुआफू जो है वो 4th है, चौथा है इस तो पहले, यानी 3 ਵੱਡੇ ਵੱਡੇ प्रोजैक्ट ਜਿਹੜੇ ऑलरेडी हो चुके हैं। ये 4th कहता बिग मिशन है एक्सप्लोरिंग द सन, ਜਿਹੜਾ कि इस तो पहला ਜਿਹੜਾ ਸੀਗਾ ਤੁਹਾਨੂੰ ਪਤਾ ਕਿ ਆਪਾਂ ਪੜਿਆ ਬਹੁਤ ਵਾਰੀ ਪਾਰਕਰ ਸੋਲਰ ਪ੍ਰੋਬ, ਮੈਂ ਵੀ ਬਹੁਤ ਵਾਰੀ ਪੜਾਇਆ। ਪਾਰਕਰ ਸੋਲਰ ਪ੍ਰੋਬ ਵੀ ਸਨ ਮਿਸ਼ਨ ਸੀਗਾ। ਇਹ ਮੈਂ ਤਾਂ ਦੱਸ ਰਿਹਾ, ਕਈ ਵਾਰੀ ਪੁੱਛ ਲੈਂਦਾ ਵੀ ਇਹਨਾਂ ਦੇ ਵਿੱਚੋਂ ਸਨ ਮਿਸ਼ਨ ਦੇ ਨਾਲ ਕਿਹੜਾ ਰਿਲੇਟਡ ਨਹੀਂ ਹੈਗਾ। ਤਾਂ ਹੁਣ ਤੱਕ ਸਨ ਮਿਸ਼ਨ ਦੇ ਨਾਲ ਰਿਲੇਟਡ 4 ਹੈ। ਉਹ ਕਿਹੜੇ ਕਿਹੜੇ? ਇੱਕ ਤਾਂ ਕੁਆਫੂ ਹੀ ਹੋ ਗਿਆ, ਪਹਿਲਾ ਜਿਹੜਾ ਸੀਗਾ ਨਾਸਾ ਦਾ ਪਾਰਕਰ ਸੋਲਰ ਪ੍ਰੋਬ ਹੋ ਗਿਆ। ਪਾਰਕਰ ਸੋਲਰ ਪ੍ਰੋਬ ਹੈਜ਼ ਗੈਟਿੰਗ ਕਲੋਜ਼ਰ ਟੂ ਦਾ ਸਨ, ਠੀਕ ਹੈ, ਇਹ ਵੀ ਕਾਫੀ ਇੰਪੋਰਟੈਂਟ ਹੈ ਬੇਸਿਕਲੀ। ਤੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਚਾਈਨਾ ਦਾ ਹੀ ਇੱਕ ਹੋਰ ਸੀਗਾ, ਚਾਈਨਾ ਦਾ ਜਿਹੜਾ ਸੀਗਾ ਉਹ ਸੀਗਾ ਜੀ ਸ਼ੀਹੀ, ਐਕਸ, ਇਹਨੂੰ ਸ਼ੀਹੀ ਬੋਲਦੇ ਆ, XIHE, ਰਾਈਟ, ਸ਼ੀਹੀ ਪਿਓਬ, ਇਹ ਵੀ ਚਾਈਨਾ ਦਾ ਹੀ ਇੱਕ ਜਿਹੜਾ ਸੀਗਾ। ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਯੂਰੋਪੀਅਨ ਏਜੰਸੀ ਦਾ ਵੀ ਰਿਹਾ ਜਿਹੜਾ ਤੀਸਰਾ ਸੋਲਰ ਆਰਬਿਟਰ, ਰਾਈਟ। ਸੋ 3 ਹੋ ਗਏ ਬੇਸਿਕਲੀ, ਪਾਰਕਰ ਪ੍ਰੋਬ ਹੈ, ਸੋਲਰ ਆਰਬਿਟਰ ਹੈ ਤੇ ਸ਼ੀਹੀ ਪਿਓਬ ਹੈ, ਤੇ ਚੌਥਾ ਜਿਹੜਾ ਹੋ ਗਿਆ ਤੁਹਾਡਾ ਕੁਆਫੂ। ਫਸਟ ਇਹ ਸਾਰੇ ਸੋਲਰ ਮਿਸ਼ਨ ਦੇ ਨਾਲ ਰਿਲੇਟਡ ਹੈ, ਸਨ ਮਿਸ਼ਨ ਦੇ ਨਾਲ ਰਿਲੇਟਡ ਹੈ, ਰਾਈਟ ਹੋ ਗਿਆ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣ ਗਈਆਂ। ਇਸ ਤੋਂ ਬਾਅਦ ਆ ਗਿਆ ਜੀ MS ਧੋਨੀ। MS ਧੋਨੀ ਲਾਂਚਿਸ ਮੇਡ ਇਨ ਇੰਡੀਆ ਡਰੋਨ। ਸੋ ਡਰੋਨ ਤੋਂ ਵੀ ਕਾਫੀ ਇੰਪੋਰਟੈਂਟ ਚੀਜ਼ ਬਣਦੀ ਹੈ। ਡਰੋਨ ਤੁਹਾਨੂੰ ਪਤਾ, ਸਾਰਿਆਂ ਨੂੰ ਪਤਾ ਉਹ ਡਰੋਨ ਕੀ ਹੁੰਦਾ। ਸੋ ਡਰੋਨ ਅੱਜ ਕੱਲ੍ਹ ਡਿਲੀਵਰੀ ਵਾਸਤੇ ਵੀ ਕੰਮ ਆਉਂਦਾ ਗਾ। ਜੇਕਰ ਮੰਨ ਲਓ ਬਹੁਤ ਵੱਡਾ ਖੇਤ ਹੈ ਤਾਂ ਡਰੋਨ ਦੇ ਨਾਲ ਤੁਸੀਂ ਉਹਨੂੰ ਫਰਟੀਲਾਈਜ਼ਰ ਵਗੈਰਾ ਦੇ ਸਕਦੇ ਹੋ, ਸਾਰਾ ਕੁਝ ਹੈ ਨਾ, ਯਾਨੀ ਕਿ ਗਤੀਵਿਧੀਆਂ ਹੋ ਸਕਦੀਆਂ। ਮੈਪਿੰਗ ਵਾਸਤੇ ਬਹੁਤ ਕੰਮ ਆਉਂਦਾ ਗਾ। ਸੋ ਇੱਕ ਮੇਡ ਇਨ ਇੰਡੀਆ ਡਰੋਨ ਹੋਇਆ MS ਧੋਨੀ ਦੇ ਨਾਮ ਤੇ, ਬੇਸਿਕਲੀ ਉਹਨੂੰ ਨਾਮ ਦਿੱਤਾ ਗਿਆ ਤੇ MS ਧੋਨੀ ਨੇ ਲਾਂਚ ਕੀਤਾ। ਸੋ ਕਾਫੀ ਇੰਪੋਰਟੈਂਟ ਹੈ। ਸੋ ਮਹਿੰਦਰ ਸਿੰਘ ਧੋਨੀ ਇੰਡੀਅਨ ਕ੍ਰਿਕਟਰ ਜਿਹੜੇ ਸਟਾਰ ਹੈ ਭਾਈ, ਉਹਨਾਂ ਨੇ ਮੇਡ ਇਨ ਇੰਡੀਆ ਕੈਮਰਾ ਡਰੋਨ ਹੈ, ਕੈਮਰਾ ਡਰੋਨ ਜਿਹਦਾ ਨਾਮ ਧਰੋਨੀ ਰੱਖਿਆ। ਸੋ ਇਹ ਕਾਫੀ ਇੰਪੋਰਟੈਂਟ ਹੈ, ਧਰੋਨੀ ਉਹਨਾਂ ਦੇ ਨਾਮ ਤੇ ਬੇਸਿਕਲੀ ਹੋ ਗਿਆ। ਇਹ ਡਰੋਨ ਆ ਕਹਿੰਦੇ ਭਾਈ ਐਡਵਾਂਸ ਫੀਚਰ ਹੈ ਇਹਦੇ ਵਿੱਚ, ਐਂਡ ਮੈਨੂਫੈਕਚਰ ਕਿਹਦੇ ਦੁਆਰਾ ਕੀਤਾ ਗਿਆ ਹੈ? ਗਰੂਡਾ ਐਰੋਸਪੇਸ ਦੁਆਰਾ ਕੀਤਾ ਗਿਆ। and it has moved into the consumer drone market with drone। ਸੋ ਬੇਸਿਕਲੀ ਇਹ ਧਰੋਨੀ ਦੇ ਨਾਮ ਤੇ ਵਿਕੂਗਾ ਇੱਕ ਤਰੀਕੇ ਦੇ ਨਾਲ। ਤੇ MS ਧੋਨੀ ਇਜ਼ ਦਾ ਬ੍ਰਾਂਡ ਐਂਬੈਸਡਰ ਆਫ ਗਰੂਡਾ ਐਰੋਸਪੇਸ। ਗਰੂਡਾ ਐਰੋਸਪੇਸ ਦੇ ਉਹ ਬ੍ਰਾਂਡ ਐਂਬੈਸਡਰ ਇਸੇ ਕਰਕੇ ਭਾਈ MS ਧੋਨੀ ਨੇ ਲਾਂਚ ਕੀਤਾ ਗਾ। ਸੋ ਇਹ ਚੀਜ਼ਾਂ ਇੰਪੋਰਟੈਂਟ ਬਣਦੀਆਂ ਗਈਆਂ। ਤੇ ਬਾਕੀ ਕੰਮ ਕਾਹਦੇ ਵਾਸਤੇ ਆਊਗਾ ਉਹ ਸਾਰਾ ਕੁਝ ਇੱਥੇ ਲਿਖਿਆ ਹੋਇਆ ਕਿ ਕਲੀਨਿੰਗ ਵਾਸਤੇ ਕੰਮ ਆ ਸਕਦਾ, ਇੰਡਸਟਰੀਅਲ ਪਾਈਪਲਾਈਨ ਇਨਸਪੈਕਸ਼ਨ ਵਾਸਤੇ ਕੰਮ ਆ ਸਕਦਾ, ਮੈਪਿੰਗ ਵਾਸਤੇ ਕੰਮ ਆ ਸਕਦਾ, ਸਰਵੇਇੰਗ ਵਾਸਤੇ ਕੰਮ ਆ ਸਕਦਾ, ਪਬਲਿਕ ਅਨਾਊਂਸਮੈਂਟ ਵਾਸਤੇ ਕੰਮ ਆ ਸਕਦਾ, ਡਿਲੀਵਰੀ ਸਰਵਿਸਿਜ਼ ਵਾਸਤੇ ਕੰਮ ਆ ਸਕਦਾ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ ਭਾਈ। ਗਰੂਡਾ ਐਰੋਸਪੇਸ ਯਾਦ ਰੱਖਣਾ, ਇਹਨਾਂ ਨੇ ਲਾਂਚ ਕੀਤਾ ਐਂਡ ਗਰੂਡਾ ਸਪੇਸ ਦੇ ਬ੍ਰਾਂਡ ਐਂਬੈਸਡਰ ਜਿਹੜੇ MS ਧੋਨੀ ਆ। ਸੋ ਇਹ ਚੀਜ਼ਾਂ ਇੰਪੋਰਟੈਂਟ ਬਣਦੀਆਂ ਨੇ। ਨੈਕਸਟ ਆ ਗਿਆ ਭਾਈ, ਕਹਿੰਦੇ ਜੀ ਐਸਟਰੀਆ ਐਰੋਸਪੇਸ ਗੈਟਸ ਇੰਡੀਆ ਦਾ ਪਹਿਲਾ ਮਾਈਕਰੋ ਕੈਟਾਗਰੀ ਡਰੋਨ ਸਰਟੀਫਿਕੇਸ਼ਨ ਫਰੋਮ DGCA। ਇਹ DGCA ਦਾ ਜਿਹੜਾ ਆਫਿਸ ਹੈ ਬੇਸਿਕਲੀ ਨਵੀਂ ਦਿੱਲੀ ਦੇ ਵਿੱਚ ਆ। ਸੋ DGCA ਵੱਲੋਂ ਅਪਰੂਵਲ ਮਿਲ ਗਿਆ, ਕਿਹਨੂੰ ਮਿਲ ਗਿਆ ਗਾ? ਐਸਟਰੀਆ ਐਰੋਸਪੇਸ। ਇਹ ਵੀ ਡਰੋਨ ਵਗੈਰਾ ਬਣਾਉਂਦੀ ਹੈ, ਜਿਵੇਂ ਆਪਾਂ ਪਹਿਲਾਂ ਡਰੋਨ ਦੀ ਗੱਲ ਕੀਤੀ ਹੈ, ਇਹਨਾਂ ਦੁਆਰਾ ਵੀ ਡਰੋਨ ਵਗੈਰਾ ਹੀ ਬਣਾਏ ਜਾਂਦੇ। ਸੋ ਇੰਡੀਆ ਦਾ ਪਹਿਲਾ ਫਸਟ ਮਾਈਕਰੋ ਕੈਟਾਗਰੀ ਡਰੋਨ ਆ ਜਿਹੜਾ type certification was received by Astria Aerospace Limited for its primitive designed A200 from the Directorate General of Civil Aviation, यानी कि DGCA ਵੱਲੋਂ ਬੇਸਿਕਲੀ ਇਹਨੂੰ ਅਪਰੂਵਲ ਮਿਲ ਚੁੱਕਿਆ। ਇਹ ਡਰੋਨ ਦਾ ਕੰਮ ਵੀ ਜਿਹੜਾ ਆਪਾਂ ਪਹਿਲਾਂ ਹੀ ਪੜ੍ਹ ਕੇ ਹਟੇ ਕਿ ਡਿਸਕਵਰ ਟੂ ਬੀ ਕੰਪਲੀਟਲੀ ਕੰਪਲਾਇੰਟ ਵਿਦ ਦਾ ਸਰਟੀਫਿਕੇਸ਼ਨ ਸਕੀਮ ਫॉर ਅਨਮੈਨਡ 에ਅਰਕ੍ਰਾਫਟ। ਬਾਕੀ ਗੱਲਾਂ ਬਾਤਾਂ ਉਹੀ ਆ ਕਿ ਕਿਹਦੇ ਕਿਹਦੇ ਕੰਮ ਆਊਗਾ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀ। ਬਸ ਤੁਸੀਂ ਯਾਦ ਰੱਖਣਾਗਾ ਕਿ ਐਸਟਰੀਆ ਐਰੋਸਪੇਸ ਗੈਟਸ, ਯਾਨੀ ਉਹਨਾਂ ਨੇ ਇੰਡੀਆ ਦਾ ਪਹਿਲਾ ਜਿਹੜਾ ਫਸਟ ਮਾਈਕਰੋ ਕੈਟਾਗਰੀ ਡਰੋਨ ਸਰਟੀਫਿਕੇਸ਼ਨ ਆ ਉਹ ਲੈ ਲਿਆ DGCA ਤੋਂ। ਸੋ ਇਹ ਕਾਫੀ ਇੰਪੋਰਟੈਂਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਜੀ ਇਸਰੋ ਸਾਇੰਟਿਸਟ ਆ ਜਿਹੜਾ, ਯਾਨੀ ਇਸਰੋ ਸਾਇੰਟਿਸਟ ਇਲੈਕਟਡ, ਉਹਨਾਂ ਨੇ ਇਲੈਕਟ ਕੀਤਾ ਗਾ VP ਆਫ, ਯਾਨੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈਗਾ ਆਫ ਇੰਟਰਨੈਸ਼ਨਲ ਐਸਟਰੋਨੋਮਿਕਲ ਜਿਹੜਾ ਫੈਡਰੇਸ਼ਨ IAF, ਯਾਨੀ ਕਿ। ਤਾਂ ਅਨਿਲ ਕੁਮਾਰ ਉਹਨਾਂ ਦਾ ਨਾਮ ਹੈ। ਸੋ ਅਨਿਲ ਕੁਮਾਰ ਇਜ਼ ਸਾਇੰਟਿਸਟ ਐਂਡ ਐਟ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈਜ਼ ਬੀਨ ਇਲੈਕਟਡ ਐਜ਼ ਦਾ ਵਾਈਸ ਪ੍ਰੈਜ਼ੀਡੈਂਟ IAF ਦੇ। IAF ਮਤਲਬ ਇੰਟਰਨੈਸ਼ਨਲ ਐਸਟਰੋਨੋਟਿਕਲ ਫੈਡਰੇਸ਼ਨ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ। ਇਹਦੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਅਨਿਲ ਕੁਮਾਰ, ਰਾਈਟ ਹੈ। ਆਲਰੇਡੀ ਆਈ ਥਿੰਕ ਜਿਹੜੇ MD ਆ, ਇਹ MD ਹੈਗੇ ਆ ਆਲਰੇਡੀ
ਵੋਲਵੋ ਕੰਪਨੀ ਦੇ आई थिंक राइट। चलो खैर तो अनिल कुमार याद रखना। इस तो बाद आ गया तुहाडा IAF की जेकर आप गलबात करिए तो कहना इंटरनेशनल एस्ट्रोनॉटिकल फैडरेशन है जिहड़ा 1951 ਦੇ ਵਿੱਚ फाउंड किया गया सी। वन ऑफ द वर्ल्ड्स टॉप स्पेस एडवोकेसी बॉडीज़ आ बेसिकली स्पेस एडवोकेसी पर्पज़ आ। पैरिस लोकेशन है। मैंबरशिप जी हैगी आ वो 397 मैंबर 68 कंट्री के विचों। सो ये चीज़ा आप स्टैटिक पर्पज़ तो इंपॉर्टेंट बनदियां सारी चीज़ां नोट करो काफ़ी इंपॉर्टेंट है। इस तो बाद आ गया भाई वर्ल्ड मैंटल। देखो तुहाडी साइंस एंड टैक खत्म होगी। इस तो बाद आप करंट अफेयर ते MCQ करांगे राइट। हाँ जी काफ़ी टाइम नहीं होया ठीक है। सो करंट अफेयर ते MCQ उस तो बाद स्टैटिक पोर्शन के MCQ। सो काफ़ी इंपॉर्टेंट चीज़ां बनदियां। मैं फिर कह रहा कि यह 6वां 7वां सैशन है मैनूं नहीं पता वो तुहानूं थंबनेल तो पता लग जूगा पर इस तो पहलां जिहड़े सैशन होए उन्हां सारिआं नूं सैशनां नूं देख लिओ वो भी काफ़ी इंपॉर्टेंट बनदे आ। प्लेलिस्ट बनी हुई है वो सारे प्लेलिस्ट विच आके देख सकते हो काफ़ी इंपॉर्टेंट है। तो बाकी उही गल है कि जेकर इन्हां नूं होर ज़्यादा डिटेल च करना तो मैगजीन डाउनलोड कर लो तो जेकर इन्हां दी प्रैक्टिस करना चाहुंदे तो टेस्ट सीरीज़ ज्वाइन करो जिहड़ी मैं तुहानूं स्टार्टिंग दे विच दस्सी आ वो ज्वाइन कर सकते हो। तो बाकी थरैटिकल पोर्शन होर वधिया तरीके दे नाल बाकी सबजैक्ट भी पढ़ना चाहुंदे हो तो PSSB ऑल सबजैक्ट का कोर्स तुसीं लै सकते हो राइट। सो वर्ल्ड मैंटल हैल्थ डे जेकर आप इहदी गल करिए तो 1992 ਦੇ ਵਿੱਚ बेसिकली स्टार्ट है। एडिशन ਇਹਦਾ 31वां भाई तो टू रेज मोटो याद रखना गा टू रेज अवेयरनेस ऑफ मैंटल हैल्थ इशूज़। तुहानूं पता अजकल डिप्रैशन के शिकार बहुत हो रहे हैं मैंटल एनगजाइटी बहुत कुछ है राइट। सो मैंटल भी स्ट्रोंग रहना चाहिए सेहत के नाल नाल। सो टू रेज अवेयरनेस ऑफ मैंटल हैल्थ इशूज़ अराउंड द वर्ल्ड एंड मोबिलाइजिंग एफर्ट्स इन सपोर्ट ऑफ मैंटल हैल्थ वो वास्ते किया गया। मैंटल हैल्थ की है कहता भाई इट इनकलूड्स यानी इमोशनल हो गया साइकोलॉजिकल हो गया एंड सोशल वैलबींग अफेक्ट करता हाउ वी थिंक फील एंड एक्ट सारा कुछ है ना। इट ऑल्सो हैल्प्स डिटरमिन हाउ वी हैंडल स्ट्रैस नूं आपां हैंडल किवें करते हैं है ना रिलेट टू अदरस एंड मेक चॉइसिस। सो ये काफ़ी इंपॉर्टेंट है भाई वर्ल्ड मैंटल हैल्थ डे। सो ये तुसीं याद रखना है कदों आ भाई ये 10 अक्तूबर ये डेट याद रखनी है। जो पंजाब जी के करंट अफेयर में पढ़ाए सी तो उदों भी ये मैं कराया सी वर्ल्ड मैंटल हैल्थ डे राइट होगा। सो ये चीज़ां भाई काफ़ी इंपॉर्टेंट बनदियां ने। इस तो बाद आप नैक्सट की गल करिए तो आह आगे डे जिहड़े कि कुछ इंपॉर्टेंट बनते हैं जेकर तुसीं इन्हां नूं पढ़ लोगे तो ज़्यादा वधिया मैगजीन दे विच दित्ते होए आ ज़्यादा आप टाइम वेस्ट इन्हां ते नहीं करते पर डे काफ़ी इंपॉर्टेंट बनता है। जां स्क्रीन शॉट लै लो जिवें 1 नवंबर नूं वर्ल्ड वीगन डे अजकल वीगन सारे करते भाई जिहड़ी मिल्क प्रोडक्ट वगैरह छड्ड दिंदे आ। सो लिव वीगन फॉर लैस राइट हो गया। इस तो बाद 5 नवंबर नूं तुहाडा सुनामी डे आ प्रोटैक्शन डे आ। 7 नवंबर ये सारे मोटो तो उन्होंने इंपॉर्टेंस वगैरह लिखी हुई है। 9 नवंबर काफ़ी इंपॉर्टेंट बनता है उत्तराखंड फाउंडेशन डे। सो ये काफ़ी इंपॉर्टेंट है। वैसे 1 नवंबर को तुहानूं पता कि अपना पंजाब डे भी है। 9 नवंबर की जेकर गल करिए तो नैशनल लीगल सर्विसिज डे आ जाता गा। इस तरीके के अगले डे है भाई तुसीं ये सारे मेरे हिसाब के याद कर लेने चाहिए। स्क्रीन शॉट ले लो तो या फिर जाके मैगजीन डाउनलोड कर लो। 11 नवंबर 12 नवंबर इस तरीके के सारे डे आ ये तुसीं याद करने एक बार तुसीं इत्थों स्क्रीन शॉट भी लै सकते हो। फिर आ गया तो 21 नवंबर 25 नवंबर 26 नवंबर जिवें 26 नवंबर कॉन्स्टिट्यूशन ऑफ इंडिया तुहानूं पता अपना कॉन्स्टिट्यूशन बनया सीगा। सो कॉन्स्टिट्यूशन डे ऑफ इंडिया कमैमोरेट होया सीगा तुहानूं पता कि 1949 दे विच ते 1950 दे विच जाके आपां उसनूं प्रॉपर तरीके दे नाल अडॉप्ट कर लिया सी राइट। इंप्लीमेंट हो गया सी एक तरीके दे नाल अडॉप्ट तो आपां इस दिन कीता सी ठीक है। सो केम इन टू फोर्स फ्रॉम जनवरी 1950। सो ये चीज़ां इंपॉर्टेंट बनदियां भाई राइट। हुण आपां सीधा आईए MCQ ते जिहड़ा कि इंपॉर्टेंट बनदा गा। सब तो पहला जेकर आप क्वेश्चन की गल करिए तो विच सिटी हैज़ बीन नॉमीनेटेड एज द फस्ट कल्चरल एंड टूरिज्म कैपिटल एट द 22nd मीटिंग ऑफ SCO। SCO बेसिकली की है शंघाई कॉरपोरेशन ऑर्गेनाइजेशन पता होगा ठीक है। ये मीटिंग बेसिकली हुई है उज्बेकिस्तान दे विच। उज्बेकिस्तान दे विच मीटिंग हुई है। उज्बेकिस्तान दे विच जिहड़ी जगह की उसका नाम की है समरकंड राइट। सो याद रखना कि उज्बेकिस्तान दे विच जिहड़ी जगह का नाम है वो हैगा समरकंड। तो उत्थे फैसला होया कि जिहड़ा फस्ट कल्चरल एंड टूरिज्म कैपिटल यानी उसनूं होस्ट करूगा वो किहड़ा सिटी होगा वो होगा जी अपनी इंडिया दे विच वाराणसी। ये काफ़ी इंपॉर्टेंट बनता है। वाराणसी याद रखियो। सो काफ़ी इंपॉर्टेंट है भाई। शंघाई कॉरपोरेशन ऑर्गेनाइजेशन 2022 समरखंड उज्बेकिस्तान दे विच हुई है। तो उत्थे फैसला ये होया कल्चरल एंड टूरिज्म कैपिटल जिहड़ी होगी वो भाई होगी 20 यानी वाराणसी राइट। इस तो बाद आ गया जी रिसेंटली हु हैज़ लॉन्चड द नैशनल लॉजिस्टिक्स पॉलिसी। सो नैशनल लॉजिस्टिक पॉलिसी जिहड़ी हैगी आ वो किन्ने लॉन्च की आ वो की गई है प्राइम मिनिस्टर नरेंद्र मोदी द्वारा। लॉजिस्टिक बेसिकली हुंदा समान इधर उधर ले जाना तुसीं देखदे होगे ना लॉजिस्टिक बेसिस राइट। सो उन्होंने एक तरीके दे नाल संजोया गया। हालांकि हर एक स्टेट की अड अड पॉलिसी आ पर एक सेंटर के वलों नैशनल स्टेट पॉलिसी बना दी गई है
राइट नैशनल लॉजिस्टिक पॉलिसी बना दी गई है। सो ये इनैगोरेट किया गया यानी लॉन्च किया गया जोड़ा किया गया नरेंद्र मोदी द्वारा, राइट। सो ये काफ़ी इंपॉर्टेंट बनता भाई। नैक्सट आ गया कहता जी हु हैज़ बिकम द फस्ट इंडियन टू विन 4 मैडल्स एट वर्ल्ड रैसलिंग चैंपीयनशिप। 2022 ਦੇ ਵਿੱਚ 2 ਮੈਡਲ ਜਿੱਤ ਲਏ, ਇੱਕ ਤਾਂ ਸਤੰਬਰ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋਇਆ ਸੀ ਜਨਵਰੀ ਫਰਵਰੀ ਦੇ ਵਿੱਚ। ਸੋ ਉਹਦੇ ਵਿੱਚ ਬ੍ਰੌਂਜ ਮੈਡਲ ਜਿੱਤਿਆ ਗਿਆ ਬਜਰੰਗ ਪੁਨੀਆ ਤੇ ਪਹਿਲੇ ਇੰਡੀਅਨ ਬਣ ਗਿਆ ਜਿਹਨੇ 4 ਮੈਡਲ ਜਿੱਤੇ ਆ ਐਟ ਵਰਲਡ ਰੈਸਲਿੰਗ ਚੈਂਪੀਅਨਸ਼ਿਪ, ਬਜਰੰਗ ਪੁਨੀਆ। ਸੋ ਇਹ ਕਾਫੀ ਇੰਪੋਰਟੈਂਟ ਬਣਦਾ ਹੈ ਬਜਰੰਗ ਪੁਨੀਆ। ਇਸ ਤੋਂ ਬਾਅਦ ਆ ਗਿਆ ਰਿਸੈਂਟਲੀ ਵਿਦ ਵਿਚ ਕੰਟਰੀ ਇੰਡੀਆ हैज़ co-chaired द 19th एशियन इंडिया इकनॉमिक मिनिस्ट्री मीटिंग। सो काफ़ी इंपॉर्टेंट है भाई, फिर वही गल है भी स्टैटिक करंट फिर इकट्ठा ही बनता गा। सो इंडिया ने किहड़ी कंट्री दे नाल यानी कहते होंगे co-chair होया बेसिकली है ना, एशियन इंडिया इकनॉमिक मिनिस्ट्री मीटिंग हुई है। सो कंबोडिया इज़ द राइट आंसर। सो कंबोडिया राइट। सो ये सारा कुछ याद रखना भाई। नैक्सट की आप गल करिए तो गवर्नमेंट ऑफ इंडिया विल लॉन्च करूगी किहड़ी स्कीम टू रिड्यूस द यूज़ ऑफ कैमिकल फर्टिलाइजर। तुहानूं पता कि अजकल कैमिकल फर्टिलाइजर वगैरह ज़्यादा यूज़ किए जाते हैं, सो घट यूज़ होने, इस करके पीएम यानी एक योजना चलेगी, उसका नाम की आ, उसका नाम हैगा जी पीएम प्राणम, राइट। सो ये प्राणम की फुल फॉर्म जरूर याद रख लो भाई, जेकर पूछा जाए तो यदि पी तो हैगा जी प्रमोशन, पी तो हैगा प्रमोशन, उस तो बाद पी आर तो मतलब ठीक है प्रमोशन हो गया। ए तो हो गया प्रमोशन ऑफ अल्टरनेट न्यूट्रीएंट्स, ठीक है। ये याद रखने का तरीका यही है, जो आपको ये पता कि कैमिकल फर्टिलाइजर यूज़ नहीं करने या घट करने उन्होंने घटाना है तो प्रमोशन पी आर तो प्रमोशन ऑफ अल्टरनेटिंग मतलब आप कास्ट की प्रमोशन कर रहे हैं अल्टरनेटिव न्यूट्रीएंट्स की, राइट। न्यूट्रीएंट्स कादे वास्ते फॉर, इस तो बाद आ गया ए तो फॉर, ए तो हो गया एग्रीकल्चर, राइट, फॉर एग्रीकल्चर मैनेजमेंट फॉर एग्रीकल्चर मैनेजमेंट योजना, राइट। सो योजना जी हैगी बेसिकली प्रमोशन ऑफ अल्टरनेट न्यूट्रीएंट्स, भी आप अल्टरनेट न्यूट्रीएंट्स देंगे बजाय कैमिकल फर्टिलाइजर। सो ये काफ़ी इंपॉर्टेंट है भाई, प्राणम पीएम प्राणम याद रख लो। इस तो बाद आ गया द न्यू तेलंगाना सैक्ट्रीएट कंपलैक्स विल बी नेम्ड आफ्टर। सो जो तेलंगाना का सैक्ट्रीएट कंपलैक्स है बेसिकली वो किहदे नेम ते रखा गया, उसका नाम की है बी आर अंबेडकर के नाम ते रखा गया। सो ये काफ़ी इंपॉर्टेंट बनता कि चंद्रशेखर राव CM उन्होंने अनाउंस किया गया कि बी आर अंबेडकर के नाम से रखांगे। इस तो बाद आ गया जी इंडियन नेवी हैज़ साइंड ए मैमोरेंडम ऑफ अंडरस्टैंडिंग विद विच यूनिवर्सिटी ऑफ अकैडमिक कोऑपरेशन, प्लेसमेंट वास्ते एजुकेशनल गतिविधियों वास्ते। सो इंडियन नेवी ने बेसिकली एक यूनिवर्सिटी है जी उत्तर प्रदेश के एमिटी यूनिवर्सिटी ये टाई अप किया गया बस एजुकेशनल परफॉर्मेंस यानी कि उन्होंने गतिविधियों वास्ते, ठीक है। सो एमिटी यूनिवर्सिटी ये याद रख लो भाई, काफ़ी इंपॉर्टेंट है, इंडियन नेवी ने किया। नैक्सट आ गया विच फुटबॉल क्लब कहता जिन्होंने मेडन यानी पहला अपना दुरंद कप टाइटल जितया गया। सो सुनील छेत्री तो नाम पता होगा, फुटबॉल के काफ़ी जाने माने यानी प्लेयर है इंडियन। सो उन्होंने टीम यानी कैप्टनसी के बेंगलुरु FC ने यह पहला दुरंद कप टाइटल जितया गया एंड किनू हराया गया, इन्होंने हराया गया जी मुंबई सिटी FC नू बेसिकली इन्होंने हराया गया। सो ये काफ़ी इंपॉर्टेंट बनता गया बेंगलुरु तो कोलकाता के होया सी टूरनामेंट। इस तो बाद आ गया जी विच शिप बिल्डिंग एंड रिपेयरिंग कंपनी हैज़ बीन अवार्डेड विद द राजभाषा कीर्ति पुरस्कार बाय द मिनिस्ट्री ऑफ होम अफेयर, यानी केड़ी शिप बिल्डिंग एंड रिपेयरिंग कंपनी ने अवार्ड जितया गया कहदा राजभाषा कीर्ति पुरस्कार मिनिस्ट्री ऑफ होम अफेयर तो। राजभाषा कीर्ति पुरस्कार बेसिकली किया कि तुसी अपनी जिहड़ी रीजनल लैंगुएज है उन्होंने बहुत वधिया तरीके दे नाल यूज़ कर रहे हो, यानी ऑब्वियस गल है उसकी प्रमोशन कर रहे हो एक तरीके दे नाल। सो राजभाषा कीर्ति पुरस्कार जिहड़ा मिलेगा वो मिलेगा जी गार्डन रीच शिप बिल्डर्स एंड इंजीनियरिंग, राइट। सो गार्डन रीच शिप बिल्डर एंड इंजीनियरिंग इन्होंने बेसिकली यह अवार्ड मिलया है। इस तो बाद आप नैक्सट की गल करिए तो हु हैज़ बीन इलैक्टेड एज न्यू प्रेजिडेंट ऑफ सोसाइटी ऑफ इंडियन ऑटोमोबाइल मैन्युफैक्चरर्स। सो किन्होंने इलैक्ट किया गया नवा प्रेजिडेंट भाई, उन्होंने नाम है जी विनोद अग्रवाल प्रेजिडेंट ऑफ सोसाइटी ऑफ इंडियन ऑटोमोबाइल मैन्युफैक्चरिंग। ओके हो गया। इस तो बाद आ गया जी रिसेंटली विच कंट्री हैज़ होस्टेड 7th ईस्टर्न इकनॉमिक फोरम। सो रशिया ने बेसिकली ये होस्ट किया गया,
सो बेसिकली रशिया तुहानूं पता कि काफ़ी वड्डा पोर्शन है, तो रशिया इन्ना डिवेलप होने के बावजूद भी रशिया के काफ़ी ऐसे एरिए आ है ना, काफ़ी ऐसे एरिए जोड़े कि अंडर डिवेलप्ड है या डिवेलप है नहीं, तो उन्होंने डिवेलप करने वास्ते बेसिकली रशिया ने किया एक फर्म बनाई है बेसिकली ईस्टर्न इकनॉमिक फर्म, उन्होंने रशिया कंट्री है जो होस्ट कर रहा है। सो ये ऑप्शन यदा राइट बन गया रशिया। नैक्सट आ गया शंघाई कोऑपरेशन जी ऑर्गेनाइजेशन आप गलबात की है कि कल्चरल जी सिटी बनाई जाऊगी बेसिकली वो कि वाराणसी, राइट। तो वह जी मीटिंग हुई सी 22 वो मीटिंग कितने हुई सी, उही गल हुई है कि 22वीं जी मीटिंग है बेसिकली शंघाई कोऑपरेशन ऑर्गेनाइजेशन की कितने हुई सी, उज्बेकिस्तान के, ठीक है। नाम तुहानूं पता होगा समरकंड, समरकंड जोड़ा पहले ही क्वेश्चन आया बेसिकली उज्बेकिस्तान के हुई है, सो ये याद रखना। इस तो बाद आगे रिसेंटली कहता विच इंटरनेशनल ऑर्गेनाइजेशन केड़ी इंटरनेशनल ऑर्गेनाइजेशन ने यूके बेस्ड चैरिटी रीफ, यह मैरीन ईकोसिस्टम तुहानूं पता है ना, उन्होंने एक तरह नाल बनाई रखने वास्ते ऑर्गेनाइजेशन बनाई गई है। सो इंटरनेशनल ऑर्गेनाइजेशन की ने यूके बेस्ड चैरिटी रीफ वर्ल्ड फाउंडेशन के नाल यह टाई अप किया गा, तो उन्होंने लॉन्च किया गया ग्रीन फिन्स हब, ग्रीन फिन्स हब। सो केड़ी इंटरनेशनल ऑर्गेनाइजेशन है, सो याद रखना गा भाई, यदा नाम आंसर की आ जाऊगा UNEP, UNEP इन्वायरमेंटल प्रोग्राम के नाल रिलेटेड है ना, सो सारा इंपॉर्टेंट बनता है भाई, ठीक है। सो सी आंसर आ गया, यानी UNEP ने यह किया। ओके हो गया भाई। नैक्सट अगर गल करी जाए तो जोआओ लोरेंसो, जोआओ लोरेंसो जेडे कि रिसेंटली इलैक्ट होया प्रेजिडेंट केड़ी कंट्री के होया भाई, अंगोला दे, अंगोला, जोआओ लोरेंसो। सो काफ़ी इंपॉर्टेंट है भाई जोआओ लोरेंसो, अंगोला। इस तो बाद आ गया व्हाट इज़ द नेम ऑफ 25-year-old क्लाइमेट एक्टिविस्ट जिन्होंने गुडविल अंबैसडर बनाया गया यूनीसेफ का, राइट है। 25 साल ओल्ड क्लाइमेट एक्टिविस्ट है, गुडविल अंबैसडर बनाया गया। सो कौन है भाई, उन्होंने नाम किया वैनिसा निकाटे, वैनिसा निकाटे, यह युगांडा की है, युगांडा, राइट। वैनिसा निकाटे 25 साल, सो ये काफ़ी इंपॉर्टेंट है भाई, इन्होंने गुडविल अंबैसडर बनाया गया यूनीसेफ का। इस तो बाद आ गया 8 अफ्रीकन चीताज, तुहानूं पता कि नरेंद्र मोदी द्वारा 8 चीते बहुत खबरों के आए, राइट। सो जोड़े कि लियादे गए कितों लियादे गए, नामीबिया तो, राइट। सो 8 अफ्रीकन चीता जोड़े लियादे गए वो किहड़े नैशनल पार्क के छड्डे गए, काफ़ी इंपॉर्टेंट है भाई। सो कुन्नू नैशनल पार्क, कुन्नू नैशनल पार्क है कितने, मध्य प्रदेश के, कुन्नू नैशनल पार्क के छड्डे गए, कुन्नू नैशनल पार्क, ठीक है। सो ये चीज़ां भाई सारियां याद करने वालियां काफ़ी इंपॉर्टेंट है, ठीक हो गया, कुन्नू नैशनल पार्क। नैक्सट आ गया हुण, अच्छा आप करंट अफेयर की MCQ कर लिया, अपने 3 चीज़ां सीगियां इहदे विच, एक तो साइंस एंड टैक हो गया, एक इंपॉर्टेंट डेज हो गए, 4 चीज़ें ही हो गई। इंपॉर्टेंट डेज का तुसीं चलो स्क्रीनशॉट ले लिया होगा, तो करंट अफेयर की MCQ भी अपने हो गए। हुण आपां स्टैटिक के क्वेश्चन कर लिए, स्टैटिक दे विच पॉलिटी हिस्टरी कुछ वन लाइनर क्वेश्चन आ जाते हैं। जिवें क्वेश्चन की है, कहता बई लोक सभा मैंबरां की जिहड़ी गिणती है बेसिकली सीटां की गिणती है जिहड़ी लोक सभा की, वो 525 तो 545 जी की गई सी, वो किहड़ी अमेंडमेंट राही की गई सी, ये क्वेश्चन है। तो तुहानूं पता सारिਆਂ ਨੂੰ बहुत बार इंपॉर्टेंट क्वेश्चन आता है 31st कॉन्स्टिट्यूशनल अमेंडमेंट 1973 ਦੇ ਵਿੱਚ ਕੀਤਾ ਗਿਆ ਸੀਗਾ। एंड ये नाल होर याद रख लो कि लोक सभा की सीटां तो 525 तो 545 होईयां सी, पर जिहड़ी यूटी की सीटां सीगियां वो 25 तो 20 हो गई सी, वो 25 तो 20 हो गई सी। 31st अमेंडमेंट 1973, सो याद रखना गा। लोक सभा की 525 तो 45 हो गई, 20 वध गई, तो उधर 5 घट गई, 25 तो 20 हो गई। इस तो बाद नैक्सट क्वेश्चन की जेकर गल करी तो महात्मा गांधी नूं कहंदे पहली बार अरैसट कदों किया गया सी, किहड़ा सत्याग्रह सीगा, राइट। वो सत्याग्रह जिहड़ा किहदे खिलाफ किया गया सी, बेसिकली ब्लैक एक्ट दे। तुहानूं पता अफ्रीका दे विच जो ब्लैक एक्ट आया सी कि सारे ब्लैक्स नूं बेसिकली जिहड़े हैगे उन्हां नूं एशियन बेसिकली हो गए, जिहड़े ब्लैक है बेसिकली उन्हां नूं रजिस्ट्रेशन करवाउणी पऊगी। सो इस करके महात्मा गांधी ने सत्याग्रह किया सीगा, उस सत्याग्रह दे विच उन्हां नूं अरैसट किया गया सी 1908 दे विच, पहली बार अरैसट इन्हां दी बेसिकली उत्थे हुई सी। इस तो बाद आगे जी परमानेंट रेवेन्यू सैटलमेंट ऑफ बंगाल वाज इंट्रोड्यूस्ड बाय होम। सो परमानेंट रेवेन्यू सैटलमेंट आप खास करके हिस्टरी के पढ़ते हैं, लॉर्ड कॉर्नवालिस 1786 के लॉर्ड कॉर्नवालिस जो गवर्नर जनरल बंगाल बनता, तो फिर 1793 के परमानेंट सैटलमेंट लैके आता गा, वो परमानेंट सैटलमेंट इंट्रोड्यूस की गई लॉर्ड कॉर्नवालिस द्वारा। सो ये काफ़ी चीज़ें इंपॉर्टेंट बनती। इस तो बाद आ गया द वर्किंग प्रिंसीपल ऑफ वॉशिंग मशीन। सो वॉशिंग प्रिंसीपल का तुहानूं पता कि वर्किंग प्रिंसीपल इस तरीके के नाल है कि जो सॉलिड पार्टिकल है बेसिकली वो अंदर जिवें आप लस्सी रड़कते हैं बेसिकली, राइट। सो वॉशिंग मशीन का भी उही वर्किंग प्रिंसीपल है जिन्होंने आप की कहने सेंट्रीफ्यूगेशन, सेंट्रीफ्यूगेशन। यहो जिहे क्वेश्चन भाई पेपरों के आ जाते हैं। इस तो बाद आ गया स्टैपल फूड ऑफ वैदिक आयरन।
ਸੋ ਵੈਦਿਕ ਆਇਰਨ ਦਾ ਸਟੈਪਲ ਫੂਡ ਬੇਸਿਕਲੀ ਜਿਹੜਾ ਸੀਗਾ ਦੁੱਧ ਸੀਗਾ ਜਾਂ ਉਸ ਤੋਂ ਬਣੀਆਂ ਪ੍ਰੋਡਕਟਸ, ਮਿਲਕ ਐਂਡ ਇਟਸ ਪ੍ਰੋਡਕਟ। ਜੇਕਰ ਇਹ ਤਾਂ ਸਟੈਪਲ ਫੂਡ ਦੀ ਗੱਲ ਆ ਗਈ। ਜੇਕਰ ਗ੍ਰੇਨ ਦੇ ਵਿੱਚ ਆ ਜੀ ਤਾਂ ਗ੍ਰੇਨ ਦੇ ਵਿੱਚ ਸੀਗਾ ਬਾਰਲੇ, ਪਰ ਇੱਥੇ ਰਾਈਸ ਨਾਲ ਲਿਖਿਆ ਇਸ ਕਰਕੇ ਨਹੀਂ, ਤਾਂ ਮਿਲਕ ਐਂਡ ਇਟਸ ਪ੍ਰੋਡਕਟਸ, ਰਾਈਟ ਹੋ ਗਿਆ। ਇਸ ਤੋਂ ਬਾਅਦ ਆ ਗਿਆ ਦ ਟ੍ਰੋਪਿਕ ਆਫ ਕੈਂਸਰ ਡਜ਼ ਨਾਟ ਪਾਸ ਥਰੂ ਵਿਚ ਆਫ ਇੰਡੀਅਨ ਸਟੇਟਸ। ਸੋ ਟ੍ਰੋਪਿਕ ਆਫ ਕੈਂਸਰ ਬੇਸਿਕਲੀ 8 ਸਟੇਟਾਂ ਦੇ ਵਿੱਚੋਂ ਗੁਜ਼ਰਦੀ ਹੈ। ਕਿਹੜੀ ਕਿਹੜੀ ਉਹ ਸਟੇਟਾਂ? ਗੁਜਰਾਤ ਹੋ ਗਿਆ, ਰਾਜਸਥਾਨ ਹੋ ਗਿਆ, ਮੱਧ ਪ੍ਰਦੇਸ਼। ਜੇਕਰ ਨਕਸ਼ਾ ਦੇਖੋਗੇ ਤਾਂ ਇਸ ਤਰੀਕੇ ਦੇ ਨਾਲ ਬਣੂਗਾ, ਤਾਂ ਗੁਜਰਾਤ ਹੋ ਗਿਆ, ਫਿਰ ਰਾਜਸਥਾਨ ਹੈ ਇਸ ਤਰੀਕੇ ਦੇ ਨਾਲ, ਰਾਈਟ। ਮੱਧ ਪ੍ਰਦੇਸ਼ ਆ ਗਿਆ, ਫਿਰ ਉਸ ਤੋਂ ਬਾਅਦ ਛੱਤੀਸਗੜ੍ਹ ਆ, ਵੈਸਟ ਬੰਗਾਲ ਆ, ਝਾਰਖੰਡ ਆ, ਤ੍ਰਿਪੁਰਾ, ਮਿਜ਼ੋਰਮ ਹੈ। ਸੋ ਇਹ ਬੇਸਿਕਲੀ 8 ਜਿਹੜੀਆਂ ਸਟੇਟਾਂ ਤੁਸੀਂ ਯਾਦ ਰੱਖਣੇ ਕਾਫੀ ਇੰਪੋਰਟੈਂਟ ਹੈ। ਐਂਡ ਜੋ ਇਹਨਾਂ ਦੇ ਵਿੱਚੋਂ ਹੈਗਾ ਭਾਈ ਉੜੀਸਾ, ਰਾਈਟ ਹੈ। ਸੋ ਇਹ ਕਾਫੀ ਇੰਪੋਰਟੈਂਟ ਬਣਦਾ ਹੈ। ਸੋ ਇਹ ਵੀ ਪੁੱਛਿਆ ਜਾ ਸਕਦਾ ਨਾ ਵੀ ਟ੍ਰੋਪਿਕ ਆਫ ਕੈਂਸਰ ਕਿੰਨੀਆਂ ਸਟੇਟਾਂ ਦੇ ਵਿੱਚੋਂ ਗੁਜ਼ਰਦਾ ਹੈ। ਉੜੀਸਾ ਇਹਦੇ ਵਿੱਚੋਂ ਬੇਸਿਕਲੀ ਆਨਸਰ ਆ ਗਿਆ। ਮੱਧ ਪ੍ਰਦੇਸ਼ ਵੀ ਠੀਕ ਹੈ, ਵੈਸਟ ਬੰਗਾਲ ਵੀ, ਰਾਜਸਥਾਨ ਵੀ। ਨੈਕਸਟ ਆ ਗਿਆ ਭਾਈ ਨੈਸ਼ਨਲ ਇਨਕਮ ਐਸਟੀਮੇਟਸ ਉੱਪਰ ਹੈ, ਠੀਕ ਹੈ। ਨੈਸ਼ਨਲ ਇਨਕਮ ਐਸਟੀਮੇਟਸ ਇਨ ਇੰਡੀਆ ਆਰ ਪ੍ਰੀਪੇਅਰਡ ਬਾय, ਇਹ ਕੁਐਸਚਨ ਬਹੁਤ ਵਾਰ ਰਿਪੀਟ ਹੁੰਦਾ ਹੈਗਾ। ਸੋ ਨੈਸ਼ਨਲ ਇਨਕਮ ਕਿਹਦੇ ਦੁਆਰਾ ਬੇਸਿਕਲੀ ਇਹ ਕੀਤਾ ਜਾਂਦਾ ਹੈਗਾ? ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ CSO, ਰਾਈਟ, ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ। ਇਸ ਤੋਂ ਬਾਅਦ ਆ ਗਿਆ ਦ ਪੇਂਟਿੰਗ ਆਫ ਇਨ ਦਾ ਅਜੰਤਾ ਐਂਡ ਐਲੋਰਾ। ਅਜੰਤਾ ਐਂਡ ਐਲੋਰਾ ਦੀ ਪੇਂਟਿੰਗਸ ਕਾਫੀ ਮਸ਼ਹੂਰ ਹੈ, ਤੁਹਾਨੂੰ ਪਤਾ ਹੈ। ਇਹ ਜਿਹੜੀਆਂ ਕੇਵਜ਼ ਯਾਨੀ ਅਜੰਤਾ ਐਂਡ ਐਲੋਰਾ ਕੇਵਜ਼ ਆ, ਕਹਿੰਦਾ ਇਹ ਇੰਡੀਕੇਟ ਹੈ ਯਾਨੀ ਕਿਹਦੇ ਅੰਡਰ ਇਹ ਡਿਵੈਲਪ ਹੋਈਆਂ ਬੇਸਿਕਲੀ, ਤਾਂ ਇਹ ਹੋਈਆਂ ਗਈਆਂ ਚਾਲੁਕਿਆ ਦੇ ਅੰਡਰ। ਚਾਲੁਕਿਆ ਵੈਸੇ ਰਾਸ਼ਟਰਕੂਤਾ ਵੀ ਆਨਸਰ ਆ ਸਕਦਾ, ਬਟ ਜੇਕਰ ਮੇਜਰਲੀ ਦੇਖਿਆ ਜਾਵੇ ਤਾਂ ਮੇਜਰਲੀ ਚਾਲੁਕਿਆ ਗਾ। ਥੋੜਾ ਬਹੁਤ ਰਾਸ਼ਟਰਕੂਤਾ ਦੇ ਵਿੱਚ ਵੀ ਇਹ ਪੇਂਟਿੰਗਸ ਵਗੈਰਾ ਬਣੀਆਂ, ਬਟ ਚਾਲੁਕਿਆ ਦੇ ਅੰਡਰ ਇਹ ਡਿਵੈਲਪ ਹੋਈਆਂ। ਸੋ B ਇਜ਼ ਦਾ ਰਾਈਟ ਆਨਸਰ, ਚਾਲੁਕਿਆ, ਰਾਈਟ ਹੋ ਗਿਆ ਜੀ। ਨੈਕਸਟ ਜੇਕਰ ਕੁਐਸਚਨ ਦੀ ਗੱਲ ਕਰੀਏ ਤਾਂ ਪਹਿਲਾ ਏਸ਼ੀਅਨ ਸੈਕਟਰੀ ਜਨਰਲ ਆਫ UNO, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਪਹਿਲਾ ਏਸ਼ੀਅਨ ਪੁੱਛਿਆ ਗਿਆ ਤਾਂ ਪਹਿਲਾ ਏਸ਼ੀਅਨ ਹੈਗਾ ਜੀ ਯੂਥ ਹੰਟ ਪਹਿਲਾ ਏਸ਼ੀਅਨ ਸੈਕਟਰੀ ਬਣਿਆ ਸੀਗਾ 1961 ਸੀ ਆਈ ਥਿੰਕ, ਠੀਕ ਹੈ, ਇੰਪੋਰਟੈਂਟ ਹੈ। ਪਹਿਲਾ ਨਿਊਜ਼ਪੇਪਰ ਜਿਹੜਾ ਵਰਲਡ ਦਾ ਸਟਾਰਟਡ ਬਾਈ ਵਿਚ ਕੰਟਰੀ, ਯਾਨੀ ਪਹਿਲਾ ਨਿਊਜ਼ਪੇਪਰ ਪੂਰੇ ਵਰਲਡ ਦਾ ਕਿਹੜਾ ਸੀਗਾ ਉਹ ਤੁਹਾਨੂੰ ਦੱਸਣਾ ਚਾਹੀਦਾ। ਵੈਸੇ ਚਲੋ ਇੱਥੇ ਕੰਟਰੀ ਪੁੱਛਿਆ ਗਿਆ ਤਾਂ ਆਸਟਰੀਆ ਕੰਟਰੀ ਦੁਆਰਾ। ਜੇਕਰ ਮੰਨ ਲਓ ਉਸ ਦਾ ਨਾਮ ਵੀ ਪੁੱਛ ਲਿਆ ਜਾਵੇ ਤਾਂ ਉਸ ਦਾ ਨਾਮ ਕੀ ਆ? ਵਾਈਨਰ ਜ਼ੀਤੰਗ। ਸੋ ਇਹ ਯਾਦ ਰੱਖਣਾ, ਆਸਟਰੀਆ ਦਾ ਪਹਿਲਾ ਹੋ ਗਿਆ, ਵਰਲਡ ਦਾ ਪਹਿਲਾ ਬੇਸਿਕਲ ਦਾ, ਹੈ ਨਾ, ਆਸਟਰੀਆ ਦੁਆਰਾ। ਨੈਕਸਟ ਆ ਗਿਆ ਜੀ, ਹੂ ਇਜ਼ ਦਾ ਇੰਗਲਿਸ਼ ਫਿਜ਼ਿਸਟ ਰਿਸਪੌਂਸਿਬਲ ਫॉर द बिग बैंग थ्योरी। बिग बैंग थ्योरी ਦੇ ਵੈਸੇ ਫਾਦਰ ਕੌਣ ਹੈ ਪਹਿਲਾਂ ਤੁਹਾਨੂੰ ਪਤਾ ਹੋਊਗਾ? ਜਿਓਰਜ ਲੇਮਾਤਰੇ। ਮੈਂ ਜਿਓਗ੍ਰਾਫੀ ਬਹੁਤ ਸੋਹਣੀ ਪੜ੍ਹਾਈ ਹੋਈ ਹੈ PPSC ਦੇ ਵਿੱਚ। ਚਲੋ ਖੈਰ ਨਵਾਂ ਕੋਰਸ ਲਾਂਚ ਕਰਾਂਗੇ, ਉਹਦੇ ਵਿੱਚ ਮੈਂ ਦੁਬਾਰਾ ਤੋਂ ਪੜਾਉਂਗਾ ਸਾਰਾ ਕੁਝ। ਤਾਂ ਮੈਂ ਬਹੁਤ ਸੋਹਣੀ ਜਿਓਗ੍ਰਾਫੀ ਪੜ੍ਹਾਈ ਸੀ ਉਹਦੇ ਵਿੱਚ, ਜਿਨ੍ਹਾਂ ਨੇ ਥਿਓਰੈਟੀਕਲੀ ਬਹੁਤ ਡੂੰਘਾਈ ਦੇ ਵਿੱਚ ਪੜ੍ਹਿਆ ਹੋਊਗਾ ਉਹਨੂੰ। ਚਲੋ ਖੈਰ, ਤਾਂ ਜਿਓਰਜ ਲੇਮਾਤਰੇ ਆ ਜਿਹੜੇ ਇੰਗਲਿਸ਼ ਬੇਸਿਕਲੀ ਫਿਜ਼ਿਸਟ ਆ, ਜਿਹੜੇ ਕਿ ਬਿਗ ਬੈਂਗ ਥਿਊਰੀ ਉਹਨਾਂ ਨੇ ਵੀ ਬੇਸਿਕਲੀ ਥਿਊਰੀ ਦਿੱਤੀ ਸੀਗੀ। ਉਹਦਾ ਨਾਮ ਕੀ ਹੈ ਭਾਈ? ਜਿਓਰਜ ਗੈਮੋਵ, ਰਾਈਟ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਭਾਈ ਯੂਨੀਅਨ ਬਜਟ ਇਜ਼ ਆਲਵੇਜ਼ ਪ੍ਰੈਜ਼ੈਂਟਡ ਫਸਟ ਇਨ। ਤਾਂ ਯੂਨੀਅਨ ਬਜਟ ਆਲਵੇਜ਼ ਪ੍ਰੈਜ਼ੈਂਟਡ ਇਨ ਫਸਟ, ਯਾਨੀ ਯੂਨਿਟ ਬਜਟ ਦਾ ਯਾਨੀ ਕਿੱਥੇ ਪਹਿਲੀ ਵਾਰ ਪੇਸ਼ ਕੀਤਾ ਜਾਂਦਾ? ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ, ਆਲਵੇਜ਼, ਰਾਈਟ ਹੋ ਗਿਆ। ਨੈਕਸਟ ਆ ਗਿਆ ਭਾਈ, ਕਾਫੀ ਇੰਪੋਰਟੈਂਟ ਹੈ, ਹੂ ਫਸਟ ਜਜੀਆ ਟੈਕਸ ਇਨ ਇੰਡੀਆ। ਹੁਣ ਮੈਂ ਦੱਸ ਦਿੰਦਾ, ਜਦੋਂ ਜਜੀਆ ਟੈਕਸ ਬਾਰੇ ਪੜ੍ਹਾ ਰਿਹਾ ਤਾਂ ਇਹਦਾ ਮਤਲਬ ਤੁਹਾਨੂੰ ਦਿੱਲੀ ਸਲਤਨਤ ਪੜ੍ਹਨਾ ਪੈਣਾਗਾ। ਤਾਂ ਦਿੱਲੀ ਸਲਤਨਤ ਦਾ ਪਲੇਲਿਸਟ ਦੇ ਵਿੱਚ ਜਾ ਕੇ ਵੀਡੀਓ ਦੇਖ ਲਿਓ। ਮੈਂ ਨਹੀਂ ਇੱਥੇ ਬਟਨ ਹੁੰਦਾ ਨਾ, ਬਟਨ ਦੇ ਵਿੱਚ ਵੀ ਜਾ ਕੇ ਦੇਖ ਲਿਓ, ਇੱਥੇ ਬਟਨ ਜਿਹਾ ਬਣਿਆ ਹੋ ਨਾ, ਬਟਨ ਤੇ ਕਲਿੱਕ ਕਰੇ, ਉੱਥੇ ਵੀ ਮੈਂ ਦਿੱਲੀ ਸਲਤਨਤ ਦੀ ਵੀਡੀਓ ਪਾ ਦੂੰਗਾ। ਤਾਂ ਦਿੱਲੀ ਸਲਤਨਤ, ਮੁਗਲ ਸਲਤਨਤ, ਮਾਡਰਨ ਹਿਸਟਰੀ, ਇਹ ਤਿੰਨੇ ਚੀਜ਼ਾਂ ਰਿਵੀਜ਼ਨ ਪਰਪਸ ਤੋਂ ਜੇਕਰ ਪੜ੍ਹਨਾ ਚਾਹੁੰਦੇ ਤਾਂ ਮੈਂ ਜਿਹੜਾ ਹੈਗਾ YouTube ਤੇ ਕਰਾ ਰੱਖਿਆ। ਡਿਟੇਲ ਦੇ ਵਿੱਚ ਪੜ੍ਹਨਾ ਤਾਂ ਓਬਵੀਅਸ ਗੱਲ ਹੈ, ਤੁਹਾਨੂੰ ਕੋਰਸ ਦੇ ਵਿੱਚ ਜਾਣਾ ਪੈਣਾ, ਬਟ ਰਿਵੀਜ਼ਨ ਪਰਪਸ ਤੋਂ ਤੁਹਾਨੂੰ ਜੇਕਰ ਪੜ੍ਹੋਗੇ ਤਾਂ ਬਹੁਤ ਕੁਝ ਐਸਾ ਚੀਜ਼ਾਂ ਜਿਹੜੀ ਕਵਰ ਹੋ ਜਾਣਗੀਆਂ, ਗਰੰਟੀ ਮੇਰੀ ਹੈ। ਪਰ ਉਹ ਵੀਡੀਓ ਦੇਖਿਓ ਜ਼ਰੂਰ, ਬਹੁਤ ਸੋਹਣਾ ਕਰਾਇਆ ਹੋਇਆ। ਸੇਮ ਪੰਜਾਬ GK ਵਗੈਰਾ ਵੀ ਕਰ ਸਕਦੇ ਹੋ, ਤਾਂ ਉਹਦੇ ਵਿੱਚ ਵੀ ਮੈਂ ਦੱਸਿਆ ਹੋਇਆ। ਸੋ ਹੂ ਫਸਟ ਇੰਪੋਜ਼ਡ ਜਜੀਆ ਟੈਕਸ ਇਨ ਇੰਡੀਆ? ਸੋ ਉਹਦਾ ਨਾਮ ਆਪਾਂ ਕੁਤਬਦੀਨ ਐਬਕ, ਯਾਨੀ ਨੌਨ ਮੁਸਲਿਮਸ ਤੇ ਪਹਿਲੀ ਵਾਰ ਜਜੀਆ ਟੈਕਸ ਲਾਉਣ ਵਾਲਾ ਕੌਣ ਸੀ? ਕੁਤਬਦੀਨ ਐਬਕ। ਇਹ ਬਾਅਦ ਦੇ ਵਿੱਚ ਜਾ ਕੇ ਅਕਬਰ ਨੇ ਖਤਮ ਕਰਤਾ ਸੀ, ਉਸ ਤੋਂ ਬਾਅਦ ਦੁਬਾਰਾ ਤੋਂ ਫਿਰ ਰੀਇੰਟਰੋਡਿਊਸ ਕੀਤਾ ਗਿਆ ਸੀ ਕਿਹਦੇ ਦੁਆਰਾ? ਔਰੰਗਜ਼ੇਬ ਨੇ ਦੁਬਾਰਾ ਫੇਰ ਲਾਤਾ ਸੀ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਹੈ ਭਾਈ। ਇਸ ਤੋਂ ਬਾਅਦ ਆ ਗਿਆ, ਕਹਿੰਦਾ ਕਿਹੜੀ ਰਿਵਰ ਨੂੰ ਵਿਰਧ ਗੰਗਾ ਕਿਹਾ ਜਾਂਦਾ? ਵਿਰਧ ਗੰਗਾ ਬੇਸਿਕਲੀ ਕਿਹਾ ਜਾਂਦਾ, ਉਹ ਕਿਹਾ ਜਾਂਦਾ ਭਾਈ ਗੋਦਾਵਰੀ ਨੂੰ। ਸੋ ਇਹ ਚੀਜ਼ ਕਾਫੀ ਇੰਪੋਰਟੈਂਟ ਬਣਦੀ ਹੈ, ਬਹੁਤ ਵਾਰ ਪੁੱਛਿਆ ਜਾਂਦਾ ਵਿਰਧ ਗੰਗਾ ਕਿਹਨੂੰ ਕਿਹਾ ਜਾਂਦਾ ਹੈ? ਗੋਦਾਵਰੀ। ਨੈਕਸਟ ਹੋ ਗਿਆ ਭਾਈ, ਥੈਂਕ ਯੂ।
ਚਲੋ ਸੋ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਕਾਫੀ ਅੱਛਾ ਲੱਗਿਆ ਹੋਊਗਾ, ਕਾਫੀ ਵਧੀਆ ਲੱਗਿਆ ਤਾਂ ਲਾਈਕ ਦਾ ਬਟਨ ਜ਼ਰੂਰ ਆਉਣਾ ਚਾਹੀਦਾ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਕਰੋ। ਤੇ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਕਿ ਜੇਕਰ ਤੁਸੀਂ ਕੋਈ ਵੀ ਕੋਰਸ ਲੈਣਾ ਚਾਹੋ ਤਾਂ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ। ਆਲ ਸਬਜੈਕਟ ਪੜ੍ਹੋ, ਬਹੁਤ ਬਿਹਤਰੀਨ ਤਰੀਕੇ ਦੇ ਨਾਲ ਸਾਰਾ ਕੁਝ ਮਿਲੂਗਾ। ਟੈਸਟ ਸੀਰੀਜ਼ ਦੇ ਵਿੱਚ ਬਹੁਤ ਸੋਹਣੇ ਟੈਸਟ ਮਿਲਣਗੇ। ਜੇਕਰ ਕੰਪਲੀਟ ਮੈਥ ਕਰਨਾ ਚਾਹੁੰਦੇ ਹੋ ਤਾਂ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਕਰਵਾ ਰਿਹਾ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਇਸ ਤੋਂ ਇਲਾਵਾ ਜੇਕਰ ਇੰਗਲਿਸ਼, ਪੰਜਾਬੀ, ਰੀਜ਼ਨਿੰਗ ਕੁਝ ਵੀ ਪੜ੍ਹਨਾ ਤਾਂ ਸਾਰਾ ਕੁਝ ਤੁਹਾਨੂੰ ਸੈਪਰੇਟਲੀ ਐਪਲੀਕੇਸ਼ਨ ਤੇ ਅਵੇਲੇਬਲ ਹੈ। ਸੋ ਬਾਏ ਬਾਏ, ਟੇਕ ਕੇਅਰ। ਤੇ ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਬਾਬਾ ਨਾਨਕ ਮਿਹਰ ਕਰੇ, ਇਸੇ ਤਰੀਕੇ ਨਾਲ ਮਿਲਦੇ ਰਹਾਂਗੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।